ਕਿ ਕਾਂਗਰਸ ਪਾਰਟੀ ਨੇ ਲਾਸਟ ਟਾਈਮ ਤੇ ਜਾ ਕੇ ਜਿਹੜੇ ਸਿੱਧੂ ਸਾਹਿਬ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ, ਉਹਦੇ ਬਾਰੇ ਕਿਵੇਂ ਤੁਸੀਂ ਜਿਹੜੇ ਨੇ ਲੈਂਦੇ ਹੋ? ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹਨਾਂ ਨੂੰ ਸਮਝ ਆ ਗਿਆ ਸੀ ਇਹਨਾਂ ਦੀ ਸੈਂਟਰ ਨੂੰ ਕਿ ਇਹ ਕੈਪਟਨ ਸਾਹਿਬ ਦੇ ਨੀਚੇ ਜਿਹੜੀ ਕਾਂਗਰਸ ਚੱਲ ਰਹੀ ਹੈ ਇਹ ਹਾਰੇਗੀ ਇਲੈਕਸ਼ਨ ਹੈ। ਤਾਂ ਇਹ ਸਭ ਕੁਝ ਵੇਖਦੇ ਹੋਇਆਂ ਪਾਰਟੀ ਨੇ ਸੋਚਿਆ ਕਿ ਅਸੀਂ ਕਿਉਂ ਨਾ ਸਾਰਾ ਇਲਜ਼ਾਮ ਕੈਪਟਨ ਸਾਹਿਬ ਤੇ ਲਾ ਦਈਏ ਤੇ ਇੱਕ ਨਵਾਂ ਫੇਸ ਅੱਗੇ ਲੈ ਕੇ ਆ ਜਾਈਏ। ਸੋ ਦੂਜੀ ਗੱਲ ਇਹ ਹੈ ਕਿ ਜਿਹੜੇ ਫੇਸ ਤੇ ਨਵਾਂ ਆ ਗਿਆ, ਜਿਵੇਂ ਕਹਾਵਤ ਹੈ ਕਿ ਇੰਜਨ ਨਵਾਂ ਲਾ ਦਿਓ ਪੁਰਾਣੇ ਡੱਬਿਆਂ ਦੇ ਨਾਲ, ਤੇ ਪੁਰਾਣੇ ਡੱਬੇ ਤੇ ਤੁਰਦੇ ਹੀ ਨਹੀਂ ਗਏ, ਉਹ ਤੇ ਜੰਗਾਲੇ ਗਏ ਨੇ ਸਾਰੇ। ਤੇ ਇੱਕ ਨਵਾਂ ਇੰਜਨ ਕਿੱਥੇ ਤੁਰੂਗਾ? ਰੇਲ ਵੀ ਮਾੜੀ ਆ ਤੇ ਡੱਬੇ ਵੀ ਮਾੜੇ, ਤੇ ਇੰਜਨ ਕੀ ਕਰ ਦੂਗਾ? BBC ਪੰਜਾਬ TV ਦੇਖਣ ਵਾਲੇ ਦਰਸ਼ਕਾਂ ਨੂੰ ਇੰਦਰਮੋਹਨ ਸਿੰਘ ਅੰਜਾਨ ਵੱਲੋਂ ਸਤਿ ਸ੍ਰੀ ਅਕਾਲ। ਅਸੀਂ ਹਮੇਸ਼ਾ ਨਵੇਂ ਮੁੱਦੇ ਲੈ ਕੇ ਤੁਹਾਡੇ ਕੋਲ ਆ ਰਹੇ ਹਾਂ। ਅੱਜ ਦੀ ਜੋ ਗੱਲ ਕਰਨ ਜਾ ਰਹੇ ਹਾਂ ਅਸੀਂ ਆਮ ਆਦਮੀ ਪਾਰਟੀ ਦੇ ਦਿਗਜ ਨੇਤਾ ਔਰ ਬਹੁਤ ਹੀ ईमानदार ऑनेस्ट और हार्ड वर्कर ने डॉक्टर इंद्रबीर सिंह जी निज्जर, जिन्हां नाल असीं बदलदे जिहड़े राजनीतिक समीकरणां दे बारे जिहड़ी गल करांगे अलग अलग पार्टियां बारे गल करांगे, इंसानी जिंदगी बारे गल करांगे, जो इंसान दे असली जो डिवेलपमेंट है, जो साडे देश दा विकास आ उहदे बारे। तो डॉक्टर साहब BBC पंजाब TV ਵੱਲੋਂ ਤੁਹਾਨੂੰ बहुत ਜਿਹੜਾ ਤੁਹਾਡਾ ਜਿਹੜਾ ਸਵਾਗਤ ਕੀਤਾ ਜਾਂਦਾ ਜੀ। BBC ਪੰਜਾਬੀ ਦੇ ਸਾਰੇ ਵਿਊਜ਼ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ ਤੁਹਾਡੀ। ਇਹ ਡਾਕਟਰ ਸਾਹਿਬ ਮੇਰਾ ਪਹਿਲਾ ਸਵਾਲ ਹੈਗਾ ਕਿ ਬਦਲਦੇ ਸਮੀਕਰਨਾਂ ਨੂੰ ਜੇ ਅਸੀਂ ਲੈ ਲਈਏ ਤੇ ਕਾਂਗਰਸ ਪਾਰਟੀ ਨੇ ਲਾਸਟ ਟਾਈਮ ਤੇ ਜਾ ਕੇ ਜਿਹੜਾ ਸਿੱਧੂ ਸਾਹਿਬ ਨੂੰ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ, ਉਹਦੇ ਬਾਰੇ ਕਿਵੇਂ ਤੁਸੀਂ ਜਿਹੜੇ ਨੇ ਲੈਂਦੇ ਹੋ ਤੁਸੀਂ? ਦੇਖੋ, ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹਨਾਂ ਨੂੰ ਸਮਝ ਆ ਗਿਆ ਸੀ ਇਹਨਾਂ ਦੀ ਸੈਂਟਰ ਨੂੰ ਕਿ ਇਹ ਕੈਪਟਨ ਸਾਹਿਬ ਦੇ ਨੀਚੇ ਜਿਹੜੀ ਕਾਂਗਰਸ ਚੱਲ ਰਹੀ ਹੈ ਇਹ ਹਾਰੇਗੀ ਇਲੈਕਸ਼ਨ ਐਤਕੀ, ਕਿਉਂਕਿ ਜਿੰਨੇ ਵੀ ਵਾਅਦੇ ਕੀਤੇ ਸੀਗੇ, ਜਿਹੜਾ ਕਿ ਬਹੁਤ ਇਮੋਟਿਵ ਇਸ਼ੂ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਹੈਗਾ, ਜਿਹੜੀ ਬੇਅਦਬੀ ਹੋਈ ਸੀਗੀ, ਤੇ ਉਹਦੇ ਵਿੱਚ ਵੀ ਅਕਾਲੀਆਂ ਨੇ ਕੁਝ ਨਹੀਂ ਕੀਤਾ ਉਹਦੇ ਬਾਰੇ, ਔਰ ਉਹ ਵੀ ਸਫਰ ਕੀਤੇ, ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦਾ। ਇਸੇ ਤਰ੍ਹਾਂ ਹੀ ਇਹਨਾਂ ਵਾਅਦਾ ਕੀਤਾ ਸੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ, ਕੈਪਟਨ ਸਾਹਿਬ ਨੇ 100 ਖਾਧੀ ਸੀਗੀ, ਤੇ ਉਹ ਵੀ ਇਹਨਾਂ ਵੀ ਕੁਝ ਨਹੀਂ ਕੀਤਾ। ਔਰ ਕਈ ਲੋਕ ਤਾਂ ਕਹਿੰਦੇ ਵਿਲਿੰਗਲੀ ਨਹੀਂ ਕੀਤਾ, ਜਾਣ ਕੇ ਨਹੀਂ ਕੀਤਾ, ਜਾਣ ਬੁੱਝ ਕੇ ਨਹੀਂ ਕੀਤਾ। ਤਾਂ ਕੁਦਰਤੀ ਗੱਲ ਹੈ ਕਿ ਪਰਮਾਤਮਾ ਵੇਖ ਰਿਹਾ ਤੇ ਹੋ ਸਕਦਾ ਕਿ ਇਹਨਾਂ ਦਾ ਵੀ ਬਹੁਤ ਨੁਕਸਾਨ ਹੋਵੇ। ਤਾਂ ਇਹ ਸਭ ਕੁਝ ਵੇਖਦੇ ਹੋਇਆਂ ਪਾਰਟੀ ਨੇ ਸੋਚਿਆ ਕਿ ਅਸੀਂ ਕਿਉਂ ਨਾ ਸਾਰਾ ਇਲਜ਼ਾਮ ਕੈਪਟਨ ਸਾਹਿਬ 'ਤੇ ਲਾ ਦਈਏ ਤੇ ਇੱਕ ਨਵਾਂ ਫੇਸ ਅੱਗੇ ਲੈ ਕੇ ਆ ਜਾਈਏ। ਸੋ ਦੂਜੀ ਗੱਲ ਇਹ ਹੈ ਕਿ ਜਿਹੜੇ ਫੇਸ ਤੇ ਨਵਾਂ ਆ ਗਿਆ, ਜਿਵੇਂ ਕਹਾਵਤ ਹੈ ਕਿ ਇੰਜਨ ਨਵਾਂ ਲਾ ਦਿਓ ਪੁਰਾਣੇ ਡੱਬਿਆਂ ਦੇ ਨਾਲ, ਤੇ ਪੁਰਾਣੇ ਡੱਬੇ ਤੇ ਤੁਰਦੇ ਹੀ ਨਹੀਂ ਗਏ, ਉਹ ਤੇ ਜੰਗਾਲੇ ਗਏ ਨੇ ਸਾਰੇ। ਤੇ ਇੱਕ ਨਵਾਂ ਇੰਜਨ ਕਿੱਥੇ ਤੁਰੂਗਾ? ਰੇਲ ਵੀ ਮਾੜੀ ਆ ਤੇ ਡੱਬੇ ਵੀ ਮਾੜੇ, ਤੇ ਇੰਜਨ ਕੀ ਕਰ ਲੂਗਾ? ਸੋ ਇਸ ਕਰਕੇ ਮੈਨੂੰ ਕੋਈ ਬਹੁਤ ਤਬਦੀਲੀ ਨਜ਼ਰ ਨਹੀਂ ਆਉਂਦੀ ਬਿਲਕੁਲ, ਕਿਉਂਕਿ ਜੋ ਪਾਰਟੀ 'ਚ ਕਰਪਸ਼ਨ ਦੇ ਇਲਜ਼ਾਮ ਲੱਗਦੇ ਨੇ, ਚਾਹੇ ਉਹ ਮਾਫੀਆਸ ਚੱਲਦੇ ਨੇ, ਰੇਤ ਮਾਫੀਆ ਹੈ ਔਰ ਦੂਜਾ ਸ਼ਰਾਬ ਮਾਫੀਆ ਹੈ ਔਰ ਟਰਾਂਸਪੋਰਟ ਮਾਫੀਆ ਹੈ, ਕੇਬਲ ਮਾਫੀਆ ਹੈ, ਤੇ ਇਹ ਮਾਫੀਆ ਸ਼ੁਰੂ ਤੋਂ ਅਕਾਲੀ ਦਲ ਥੱਲੇ ਹੋਏ ਸੀ। 10 ਸਾਲ ਉਹਨਾਂ ਚੰਗਾ ਰੱਜ ਕੇ ਇੱਥੋਂ ਪੈਸੇ ਕਮਾਏ 2 ਨੰਬਰ ਦੇ, ਤੇ ਉਹਦੇ ਬਾਅਦ ਕਾਂਗਰਸ ਨੇ ਬੜੇ ਕਨਵੀਨੀਐਂਟਲੀ ਇਹਨਾਂ ਨੂੰ ਕੁਝ ਕਰਨਾ ਨਹੀਂ ਪਿਆ, ਅਸਲ 'ਚ ਇਹਨਾਂ ਨੂੰ ਸਾਰਾ ਸਿਸਟਮ ਕੀਤਾ ਕਰਾਇਆ ਮਿਲ ਗਿਆ। ਸੋ ਉਸੇ ਸਿਸਟਮ 'ਚ ਇਹ ਸ਼ਿਫਟ ਹੋ ਗਏ। ਉਹਦਾ ਰਿਜ਼ਲਟ ਇਹ ਕਿ ਅਕਾਲੀ ਤੇ ਆਪਣੇ ਚਲੋ ਪੈਸੇ ਮਾੜੇ ਚੰਗੇ ਕਮਾਈ ਜਾ ਰਹੇ ਨੇ, ਤੇ ਜ਼ਿਆਦਾ ਸ਼ੇਅਰ ਹੁਣ ਕਾਂਗਰਸ ਹੀ ਲੈ ਰਹੇ ਨੇ। ਇਹ ਸਾਰਾ ਜਿਹੜਾ ਪੈਸਾ ਹੈ ਜੋ ਸਰਕਾਰ ਕੋਲ ਜਾਣਾ ਚਾਹੀਦਾ ਹੈ, ਇਹ ਸਭ ਪ੍ਰਾਈਵੇਟ ਹੱਥਾਂ ਜਾਣ ਡਿਆ, ਔਰ ਪੰਜਾਬ ਦਾ ਔਰ ਪੰਜਾਬ ਦੀ ਇਕੋਨਮੀ ਦਾ ਸਾਡਾ ਬਹੁਤ ਮੰਦਾ ਹਾਲ ਹੈ ਇਸ ਵੇਲੇ। ਇਹ ਕਾਂਗਰਸ ਪਾਰਟੀ ਇਹ ਸਮਝਦੀ ਹੈ ਵੀ ਸ਼ਾਇਦ ਚਿਹਰਾ ਬਦਲਣ ਦੇ ਨਾਲ ਜਿਹੜੇ ਹਾਲਾਤ ਬਦਲ ਜਾਣਗੇ, ਲੇਕਿਨ ਜੇ 4.5 ਸਾਲ 'ਚ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ, ਲੋਕਾਂ ਨੂੰ ਮੋਬਾਈਲ ਫੋਨ ਜਿਹੜੇ ਨੇ ਨੌਜਵਾਨਾਂ ਨੂੰ ਨਹੀਂ ਮਿਲੇ, ਉਹਨਾਂ ਦੀ ਪੜ੍ਹਾਈ ਦੇ ਲਈ, ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਤੇ ਸਿੱਧੂ ਸਾਹਿਬ ਕੋਲ ਕਿਹੜੀ ਐਸੀ ਜਾਦੂ ਦੀ ਛੜੀ ਹੈ ਜੀ ਜਿਹੜੇ ਆਉਣ ਵਾਲੇ 6 ਮਹੀਨੇ 'ਚ ਉਹ ਸਾਰਾ ਕੁਝ ਜਿਹੜਾ ਇਹਨੂੰ ਬਦਲ ਕੇ ਰੱਖ ਦੇਣਗੇ? ਕੋਈ ਛੜੀ ਨਹੀਂ ਹੈਗੀ ਜੀ, ਕੋਈ ਛੜੀ ਨਹੀਂ ਹੈਗੀ। ਮੈਂ ਦੱਸਿਆ ਕਿ ਕਹਾਵਤ ਹੁੰਦੀ ਹੈ ਓਲਡ ਵਾਈਨ ਇਨ ਨਿਊ ਵਾਈਨ ਇਨ ਓਲਡ ਬੋਟਲ, ਤੇ ਉਹ ਤੇ ਕੁਝ ਵੀ ਨਹੀਂ ਹੋਣਾ ਕਿਉਂਕਿ ਬੋਤਲ ਤੇ ਪੁਰਾਣੀ ਹੈ। ਸੋ ਸਾਰਾ ਸਿਸਟਮ ਪੁਰਾਣਾ ਹੈ ਜੋ 4.5 ਸਾਲ 'ਚ ਨਹੀਂ ਹੋਇਆ। ਸਿੱਧੂ ਸਾਹਿਬ ਕੋਲ ਵੀ ਤਾਂ ਮੌਕੇ ਸੀਗੇ, ਇੱਕ ਕਿਤੇ ਮਿਨਿਸਟਰ ਸੀਗੇ ਸਿਵਲ ਬਾਡੀਜ਼ ਦੇ, ਉਦੋਂ ਬਹੁਤ ਇੰਪਰੂਵਮੈਂਟਸ ਆ ਸਕਦੀਆਂ ਸੀਗੀਆਂ, ਲੇਕਿਨ ਉਦੋਂ ਵੀ ਖਾਸ ਨਹੀਂ ਆਈਆਂ। ਫਿਰ ਇਹਨਾਂ ਨੂੰ ਇੱਕ ਮੌਕਾ ਮਿਲਿਆ ਸੀ ਜਦੋਂ ਕੈਪਟਨ ਸਾਹਿਬ ਨੇ ਇਹਨਾਂ ਨੂੰ ਆਫਰ ਕੀਤਾ ਕਿ ਤੁਸੀਂ ਬਾਹਰ ਨਾ ਬੈਠੋ, ਤੁਸੀਂ ਅੰਦਰ ਆ ਜਾਓ ਤੇ ਤੁਸੀਂ ਰਾਜ ਕਰੋ ਆ ਕੇ, ਤੇ ਇਹਨਾਂ ਨੂੰ ਆਫਰ ਕੀਤਾ ਸੀ ਪਾਵਰ ਮਿਨਿਸਟਰੀ। ਹੁਣ ਸਾਨੂੰ ਸਭ ਨੂੰ ਪਤਾ ਕਿ ਜਿਹੜੇ ਪਾਵਰ ਦੇ ਸਮਝੌਤੇ ਹੋਏ ਨੇ ਪ੍ਰਾਈਵੇਟ ਜਿਹੜੇ ਬਣਾਉਂਦੇ ਨੇ ਪਾਵਰ, ਜਿਹੜੀ ਕੰਪਨੀਜ਼ 3 ਸਾਡੇ ਪੰਜਾਬ 'ਚ ਹੈਗੀਆਂ ਨੇ, ਤਾਂ ਸਾਨੂੰ ਸਭ ਨੂੰ ਪਤਾ ਕਿ ਉਹ ਬੜੇ ਨਜਾਇਜ਼ ਜਿਹੇ ਹੋਏ ਨੇ ਔਰ ਪੰਜਾਬ ਦੇ ਹੱਕ 'ਚ ਨਹੀਂ ਹੈਗੇ, ਉਹ ਟੋਟਲੀ ਇਨਫੈਕਟ ਪੰਜਾਬ ਦੇ ਅਗੇਂਸਟ ਨੇ। ਤਾਂ
ਚਾਹੀਦਾ ਤੇ ਸਿੱਧੂ ਸਾਹਿਬ ਨੂੰ ਚਾਹੀਦਾ ਸੀ ਆਉਂਦੇ, ਔਰ ਜੋ ਉਹਨਾਂ ਦੇ ਦਿਲ 'ਚ ਫੀਲਿੰਗਸ ਹੈਗੀਆਂ, ਜੋ ਇਹ ਸੋਚਦੇ ਨਜਾਇਜ਼ ਹੋਈ ਹੈ, ਤਾਂ ਇਹ ਰੱਦ ਕਰਦੇ ਫੈਸਲੇ, ਜਾਂ ਉਹਨਾਂ ਨੂੰ ਕਹਿੰਦੇ ਕੰਪਨੀਆਂ ਨੂੰ ਵੀ ਤੁਸੀਂ ਇਹਨਾਂ ਨੂੰ ਸਾਡੇ ਨਾਲ ਬਹਿ ਕੇ ਤੇ ਨਵੇਂ ਸਿਰਿਓਂ ਦੁਬਾਰਾ ਲਿਖੋ ਇਹਨਾਂ ਨੂੰ, ਜੋ ਕਿ ਪੰਜਾਬ ਦੇ ਹਿੱਤ ਵਿੱਚ ਹੋਣ। ਪਰ ਉਹਦਾ ਨੇ ਮੌਕਾ ਨਹੀਂ ਸਾਂਭਿਆ। ਤੇ ਹੁਣ ਕਿਉਂਕਿ ਇਲੈਕਸ਼ਨ ਲਾਗੇ ਆ ਗਈ ਹੈ ਤਾਂ ਸਾਰੇ ਐਕਟਿਵ ਹੋ ਗਏ ਨੇ। ਇੱਕ ਦਿਲ 'ਚ ਸੱਚਾਈ ਹੋਣੀ ਚਾਹੀਦੀ ਹੈ। ਸੱਚਾਈ ਤੇ ਤਾਂ ਹੀ ਹੁੰਦੀ ਜੇ ਬੰਦਾ ਸ਼ੁਰੂ ਤੋਂ ਨਾਲ ਕਰੇ। ਮਤਲਬ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਸਾਡਾ ਹੁਣ ਵਕਾਰ ਥੱਲੇ ਚਲਾ ਗਿਆ, ਲੋਕੀ ਸਾਨੂੰ ਪੁੱਛ ਨਹੀਂ ਰਹੇ, ਲੋਕੀ ਸਾਰੇ ਆਮ ਆਦਮੀ ਪਾਰਟੀ ਦੇ ਮਗਰ ਜਾ ਰਹੇ ਨੇ, ਤੇ ਫਿਰ ਤੁਸੀਂ ਇਹੋ ਜਿਹੀ ਗੱਲ ਖਿੱਚ ਕੇ ਲੈ ਆਓ, ਤੇ ਫਿਰ ਉਹ ਮੈਨੂੰ ਲੱਗਦਾ ਕਿ ਲੋਕੀ ਕਾਫੀ ਸਮਝਦਾਰ ਹੋ ਗਏ ਨੇ। ਔਰ ਕਿਉਂਕਿ ਮੈਂ ਹੁਣ ਦੇਖੋ ਹਲਕੇ ਜਾਣਾ, ਮੈਂ ਦੱਖਣੀ ਅੰਮ੍ਰਿਤਸਰ ਦੱਖਣੀ ਵਿੱਚੋਂ ਮੈਨੂੰ ਹਲਕਾ ਇੰਚਾਰਜ ਲਾਇਆ ਪਾਰਟੀ ਨੇ, ਲਾਸਟ ਟਾਈਮ ਇਲੈਕਸ਼ਨ ਲੜੀ ਸੀਗੀ, ਤਾਂ ਉੱਥੇ ਜਾਣਾ ਤੇ ਸਿੱਧੂ ਸਾਹਿਬ ਦਾ ਜ਼ਿਕਰ ਨਹੀਂ ਆਉਂਦਾ ਉੱਥੇ। ਉਹ ਕੋਈ ਸਿੱਧੂ ਸਾਹਿਬ ਦਾ ਜ਼ਿਕਰ ਨਹੀਂ ਕਰਦਾ ਕਿ ਸਿੱਧੂ ਸਾਹਿਬ ਆਏ ਨੇ ਕਿ ਨਹੀਂ ਆਏ ਨੇ। ਉਹ ਬਸ ਉਹਨਾਂ ਨੂੰ ਇਹੀ ਹੁੰਦਾ ਕਿ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ, ਔਰ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕੁਝ। ਲੋਕੀ ਆਪ ਹੀ ਕਹਿੰਦੇ ਨੇ ਯਾਰ ਕਿ ਤੁਹਾਡੀ ਵੋਟ ਹੈ ਡਾਕਟਰ ਸਾਹਿਬ, ਤੁਸੀਂ ਜਾਓ ਆਰਾਮ ਨਾਲ ਘਰ ਸਰਾਣੇ ਥੱਲੇ ਬਾਂਹ ਦੇ ਕੇ ਸੌਂ। ਤੇ ਚਲੋ ਅਸੀਂ ਤਾਂ ਮਿਹਨਤ ਕਰਾਂਗੇ ਹੀ, ਔਰ ਲੋਕਾਂ ਤੱਕ ਜਿਹੜੀਆਂ ਸਾਡੀਆਂ ਨੀਤੀਆਂ ਨੇ ਉਹ ਪਹੁੰਚਾਵਾਂਗੇ, ਜੋ ਅਸੀਂ ਦਿੱਲੀ 'ਚ ਕੰਮ ਕੀਤੇ ਨੇ, ਕਿਉਂਕਿ ਸਾਡੀ ਇੱਕੋ ਹੀ ਸਰਕਾਰ ਦਿੱਲੀ ਚੱਲਦੀ ਹੈ, ਤਾਂ ਅਸੀਂ ਉਹ ਨੀਤੀਆਂ ਲੋਕਾਂ ਤੱਕ ਪਹੁੰਚਾਵਾਂਗੇ, ਔਰ ਆਸ ਕਰਾਂਗੇ ਕਿ ਲੋਕ ਸਾਡੇ 'ਤੇ ਇਤਬਾਰ ਜ਼ਿਆਦਾ ਕਰਨਗੇ। ਸਿੱਧੂ ਸਾਹਿਬ ਤੇ ਇੱਕ ਹੋਰ ਸਵਾਲ ਕਰਾਂਗਾ ਜੀ। ਪਿਛਲੇ ਆਉਣ ਵਾਲੇ 4.5 ਸਾਲਾਂ 'ਚ ਸਿੱਧੂ ਸਾਹਿਬ ਇੱਕ ਡਿਪਾਰਟਮੈਂਟ ਨੂੰ ਲੈ ਕੇ ਕਿ ਮੈਂ ਇਹ ਡਿਪਾਰਟਮੈਂਟ ਜਿਹੜਾ ਨਹੀਂ ਲੈਣਾ ਇਲੈਕਟ੍ਰਿਸਿਟੀ ਦਾ, ਜੋ ਵੀ ਹੈ ਬਿਲਕੁਲ ਚੁੱਪ ਰਹੇ। 4.5 ਸਾਲ ਉਹਨਾਂ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਕੋਈ ਖਿਆਲ ਨਹੀਂ ਆਇਆ। 4.5 ਸਾਲ ਉਹਨਾਂ ਨੂੰ ਕੋਈ ਹੋਰ ਕਿਸੇ ਮੁੱਦੇ ਤੇ ਨਹੀਂ ਆਇਆ, ਜਿਹੜੇ ਮੁੱਦਿਆਂ ਨੂੰ ਹੁਣ ਲੈ ਕੇ ਬੈਠੇ ਕਿ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ, ਤੇ ਲਾਸਟ 'ਤੇ ਆ ਕੇ ਖਿਆਲ ਆ ਗਿਆ। ਇਹਦਾ ਕੀ ਕਾਰਨ ਹੈ? ਕਿ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਕੰਮ ਕਰ ਰਹੀ ਜੀ? ਸਰ ਦੇਖੋ, ਇਸ ਤਰ੍ਹਾਂ ਜੇ ਮੈਂ ਤਾਂ ਫੀਲ ਕਰਦਾ ਕਿ ਜਿਹੜਾ ਧਰਮ ਦਾ ਮੁੱਦਾ ਨਾ, ਇਹਨੂੰ ਬੜੇ ਸੀਰੀਅਸਲੀ ਲੈਣਾ ਚਾਹੀਦਾ। ਜੇ ਸਿੱਖ ਹੈ ਉਹ ਸਿੱਖ ਧਰਮ ਨੂੰ ਫੋਲੋ ਕਰੇ, ਜੇ ਹਿੰਦੂ ਹਿੰਦੂ ਧਰਮ ਨੂੰ ਫੋਲੋ ਕਰੇ। ਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਣ, ਹਿੰਦੂ ਗੀਤਾ ਜੀ 'ਚ ਵਿਸ਼ਵਾਸ ਰੱਖਣ, ਕ੍ਰਿਸਚਨ ਬਾਈਬਲ 'ਚ ਵਿਸ਼ਵਾਸ ਰੱਖਣ। ਉਹ ਹਰ ਇੱਕ ਦਾ ਆਪਣਾ ਆਪਣਾ ਇੱਕ ਨਿੱਜੀ ਇੱਕ ਹੈਗਾ। ਔਰ ਦੂਜੀ ਮੈਂ ਇਹ ਗੱਲ ਕਰਦਾ ਕਿ ਕਿਸੇ ਦੂਜੇ ਬੰਦੇ ਨੂੰ ਹੱਕ ਨਹੀਂ ਹੈਗਾ ਕਿ ਕਿਸੇ ਗ੍ਰੰਥ ਦੀ ਬੇਅਦਬੀ ਕੀਤੀ ਜਾਵੇ। ਮੈਂ ਤਾਂ ਇਹ ਫੀਲ ਕਰਦਾ ਕਿ ਜੇ ਗ੍ਰੰਥ ਦੀ ਬੇਅਦਬੀ ਕੋ ਕਰਦਾ ਹੈ, ਉਸ ਬੰਦੇ 'ਤੇ ਕੋਈ ਛੋਟੀ ਧਾਰਾ ਨਹੀਂ, 302 ਦੀ ਧਾਰਾ ਲੱਗਣੀ ਚਾਹੀਦੀ ਹੈ, ਕਿਸੇ ਗ੍ਰੰਥ 'ਤੇ ਹੋਵੇ। ਦੂਜੀ ਗੱਲ ਇਹ ਹੈ ਕਿ ਇਹ ਐਗਜ਼ੈਂਪਲਰੀ ਪਨਿਸ਼ਮੈਂਟ ਹੋਵੇ, ਔਰ ਬੜੀ ਜਲਦੀ ਮਿਲਣੀ ਚਾਹੀਦੀ ਹੈ। ਤੁਸੀਂ ਦੇਖੋ ਸਾਡੇ ਸਰਕਾਰਾਂ ਜਿਹੜੀਆਂ ਨੇ ਪਾਕਿਸਤਾਨ, ਇੰਗਲੈਂਡ, ਅਮਰੀਕਾ ਜਾ ਕੇ ਜਸੂਸੀ ਕਰਦੀਆਂ ਨੇ। ਤੁਹਾਨੂੰ ਪਤਾ ਜਸੂਸੀ ਕਰਦੀਆਂ ਨੇ ਇਹ ਪਾਕਿਸਤਾਨ ਦੇ ਨਿੱਕੀ ਨਿੱਕੀ ਕਿਹੜਾ ਅਫਸਰ ਕਿਹੜੀ ਯੂਨਿਟ 'ਚ ਲੱਗਾ ਹੈ, ਅਤੇ ਕੀ ਉਹਦੇ ਆਪਣੇ ਘਰ ਦੀ ਨਾਲ ਬਣਦੀ ਕਿ ਨਹੀਂ ਬਣਦੀ, ਇਹ ਜਸੂਸੀ ਕੱਢਦੀ ਹੁੰਦੀਆਂ ਨੇ। ਅਤੇ ਕੀ ਇਹਨਾਂ ਨੂੰ ਪਤਾ ਨਹੀਂ ਕਿ ਪੰਜਾਬ 'ਚ ਕਿਹਨੇ ਬੇਅਦਬੀ ਕੀਤੀ ਹੈ, ਕੌਣ ਨਸ਼ਾ ਵੇਚ ਰਿਹਾ, ਕੌਣ ਸ਼ਰਾਬ ਵੇਚ ਰਿਹਾ, ਇਹਨਾਂ ਨੂੰ ਹਰ ਇੱਕ ਗੱਲ ਦਾ ਪਤਾ ਹੈ। ਪਰ ਉਹੀ ਗੱਲ ਹੈ ਨਾ ਕਿ ਇੰਟੈਂਸ਼ਨ ਨਹੀਂ ਹੈਗੀ। ਸੋ ਇੰਟੈਂਸ਼ਨ ਸਾਫ਼ ਨਹੀਂ ਹੈਗੀ। ਜਦੋਂ 84 ਦਾ ਉਹ ਦਸ਼ਕ ਆਇਆ ਜਿਹੜਾ ਕਿ ਪੰਜਾਬ ਵਾਸਤੇ ਬਹੁਤ ਮਾੜਾ ਸੀਗਾ, ਉਸ ਦੇ ਸਿਰ 'ਤੇ ਅਕਾਲੀ ਦਲ ਨੇ ਘੱਟੋ ਘੱਟ 7-8 ਇਲੈਕਸ਼ਨਾਂ ਜਿੱਤੀਆਂ ਨੇ, ਅਲੱਗ-ਅਲੱਗ ਛੋਟੀਆਂ ਵੱਡੀਆਂ। ਇਸੇ ਤਰ੍ਹਾਂ ਹੀ ਬੇਅਦਬੀ ਦੇ ਮਸਲੇ 'ਤੇ ਕੈਪਟਨ ਨੇ ਵੀ ਸਾਹਿਬ ਨੇ ਵੀ ਇਲੈਕਸ਼ਨਾਂ ਕਾਫੀ ਜਿੱਤੀਆਂ ਨੇ। ਸੋ ਇਹਨਾਂ ਦਾ ਮਕਸਦ ਹੀ ਨਹੀਂ ਹੁੰਦਾ ਕਿ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ, ਇਹ ਪ੍ਰੋਬਲਮ ਫੈਸਟਰ ਕਰਨ ਦੇਣਾ ਚਾਹੁੰਦੇ ਆ। ਜਿਸ ਤਰ੍ਹਾਂ ਇੱਕ ਬਣ ਜਾਂਦਾ ਨਸੂਰ ਬਣ ਜਾਂਦਾ, ਇੱਕ ਜ਼ਖਮ ਬਣ ਜਾਂਦਾ, ਇਹ ਜ਼ਖਮ ਰੱਖਣਾ ਚਾਹੁੰਦੇ ਆ ਤਾਂ ਕਿ ਲੋਕੀ ਇਮੋਸ਼ਨਲੀ ਡਿਸਟਰਬਡ ਰਹਿਣ ਔਰ ਡਿਸਟਰਬ ਹੋ ਕੇ ਵੋਟਾਂ ਪਾਈ ਜਾਣ। ਸੋ ਇਹਨਾਂ ਨੂੰ ਵੀ ਪਨਿਸ਼ਮੈਂਟ ਹੋਣੀ ਚਾਹੀਦੀ ਹੈ। ਔਰ ਸਿਆਸਤਦਾਨ ਦੀ ਪਨਿਸ਼ਮੈਂਟ ਇਹੀ ਹੈ ਕਿ ਉਹਨੂੰ ਸਿਆਸਤ ਤੋਂ ਦੂਰ ਕਰਤਾ ਜਾਵੇ। ਸੋ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਦੋਵੇਂ ਪਾਰਟੀਆਂ, ਅਕਾਲੀ ਭਾਜਪਾ ਇੱਕ ਬੰਨੇ ਅਤੇ ਕਾਂਗਰਸ ਇੱਕ ਬੰਨੇ, ਇਹਨਾਂ ਸਿਆਸਤ ਬੜੀ ਨੀਚ ਸਿਆਸਤ ਖੇਡੀ ਹੈ। ਇਹਨਾਂ ਧਰਮ ਦੇ ਸਾਡੇ ਵਿਸ਼ਵਾਸ ਘਾਤ ਕੀਤਾ, ਸਾਡੇ ਨਾਲ ਸਾਡੇ ਵਿਸ਼ਵਾਸ ਨੂੰ ਠੁਕਰਾਇਆ ਇਹਨਾਂ ਨੇ, ਵਿਸ਼ਵਾਸ ਨੂੰ ਠੇਸ ਲਾਈ ਇਹਨਾਂ ਨੇ। ਮੈਂ ਤਾਂ ਇਹੀ ਅਰਦਾਸ ਕਰਦਾ ਪਰਮਾਤਮਾ ਪਾਸੋਂ ਕਿ ਪਰਮਾਤਮਾ ਇਹ ਲੋਕਾਂ 'ਚ ਐਤਕੀ ਥੋੜ੍ਹਾ ਜਿਹਾ ਬਦਲਾਅ ਲਿਆਓ, ਇਹਨਾਂ ਦੀ ਸੋਚ ਬਦਲਾਅ ਲਿਆਓ, ਤਾਂ ਕਿ ਇਹ ਵੀ ਸਮਝ ਸਕਣ ਕਿ ਇਹ ਜਿਹੜੇ ਸ਼ੈਤਾਨ ਨੇ ਇਹਨਾਂ ਨੂੰ ਸਾਈਡ 'ਤੇ ਕੀਤਾ ਜਾਵੇ, ਔਰ ਕੋਈ ਨਵੀਂ ਸੋਚ ਨਵੀਂ ਪਾਰਟੀ ਅੱਗੇ ਲੈ ਕੇ ਆਂਦੀ ਜਾਵੇ। ਜਿਵੇਂ ਕਿ ਇਹਦਾ ਕਾਰਨ ਡਾਊਨਫਾਲ ਦਾ ਇਹ ਕਾਰਨ ਨਹੀਂ ਹੈ ਕਿ ਅਕਾਲੀ ਦਲ ਨੇ ਵੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਸਿਆਸਤ ਕੀਤੀ, ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਰਹੇ, ਅਲੱਗ-ਅਲੱਗ ਸਿੱਟਾਂ ਬਣਾ ਕੇ। ਕੈਪਟਨ ਸਾਹਿਬ ਨੇ ਵੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਜਿਹੜੀ ਹੈ ਸਹੁੰ ਖਾਧੀ, ਅਤੇ ਉਹਦੇ ਬਾਅਦ ਉਹ 'ਤੇ ਪੂਰੇ ਨਹੀਂ ਉਤਰੇ। ਵਿਜੇ ਪ੍ਰਤਾਪ ਦੀ ਜਿਹੜੀ ਸਿੱਟ ਨੂੰ ਰੱਦ ਕਰ ਦਿੱਤਾ ਗਿਆ। ਕਿ ਇਹਨਾਂ ਦੇ ਡਾਊਨਫਾਲ ਦਾ ਇੱਕ ਕਾਰਨ ਇਹ ਵੀ ਨਹੀਂ ਹੈਗਾ ਕਿ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡੇ? ਬਿਲਕੁਲ ਠੀਕ ਹੈ ਜੀ। ਮੈਂ ਉਹੀ ਤੁਹਾਨੂੰ ਬੇਨਤੀ ਕਰ ਰਿਹਾ ਸੀਗਾ ਕਿ ਇਹ ਸਾਰੀ ਜਜ਼ਬਾਤਾਂ ਦੀ ਗੱਲ ਹੈ, ਕਿਉਂਕਿ ਜਜ਼ਬਾਤਾਂ ਨਾਲ ਖੇਡ ਰਹੇ ਔਰ ਉਸ ਇਸ਼ੂ ਨਾਲ ਖੇਡ ਰਹੇ ਜਿਹੜਾ ਲੋਕੀ ਬਹੁਤ ਆਪਣੇ ਦਿਲ ਦੇ ਲਾਗੇ ਰੱਖਦੇ ਨੇ। ਧਰਮ ਸਾਡੇ ਪੰਜਾਬੀਆਂ ਵਾਸਤੇ, ਇੰਡੀਅਨਸ ਵਾਸਤੇ ਐਜ਼ ਓਵਰਆਲ, ਔਰ ਸਾਡੇ ਪੰਜਾਬੀਆਂ ਵਾਸਤੇ ਧਰਮ ਬਹੁਤ ਜ਼ਰੂਰੀ ਸਾਡੇ ਜ਼ਿੰਦਗੀ ਦਾ ਇੱਕ ਹਿੱਸਾ ਹੈ, ਔਰ ਅਸੀਂ ਆਪਣੇ ਗ੍ਰੰਥਾਂ 'ਤੇ ਬਹੁਤ ਯਕੀਨ ਰੱਖਦੇ ਹਾਂ। ਸੋ ਇਹਦੇ ਨਾਲ ਸਿਆਸਤ ਕਰਨੀ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ। ਅਤੇ ਦੋਵਾਂ ਪਾਰਟੀਆਂ ਨੇ ਰੱਜ ਕੇ ਸਿਆਸਤ ਕੀਤੀ ਹੈ। ਕੁੰਵਰ ਵਿਜੇ ਪ੍ਰਤਾਪ ਨੇ ਕੋਸ਼ਿਸ਼ ਕੀਤੀ ਕਿ ਸੱਚ ਨੂੰ ਸਾਹਮਣੇ ਲੈ ਕੇ ਆਂਦਾ ਜਾਵੇ, ਪਰ ਕੋਈ ਇੰਟਰਸਟਡ ਨਹੀਂ ਸੀਗਾ। ਪ੍ਰੋਬਲਮ ਸੋਲਵ ਕਰਨ 'ਚ ਇੰਟਰਸਟਡ ਕੋਈ ਵੀ ਨਹੀਂ ਕਦੇ ਹੁੰਦਾ। ਇਹਨਾਂ ਦਾ ਹੁੰਦਾ ਪ੍ਰੋਬਲਮ ਪਰਸਿਸਟ ਕਰੇ, ਅਸੀਂ ਇੱਕ ਹੋਰ ਇਲੈਕਸ਼ਨ ਸਿਰ 'ਤੇ ਜਿੱਤ ਲਈਏ। ਸੋ ਦਿਲਾਂ ਦੇ ਕਾਲੇ ਆ ਲੋਕ,
ਔਰ ਮੈਨੂੰ ਪਤਾ ਨਹੀਂ ਇਹਨੇ ਸਟਰੋਂਗ ਸ਼ਬਦਾਵਲੀ ਵਰਤਣੀ ਚਾਹੀਦੀ ਕਿ ਨਹੀਂ ਵਰਤਣੀ ਚਾਹੀਦੀ, ਪਰ ਜੇ ਸੱਚ ਨੂੰ ਸੱਚ ਨਹੀਂ ਕਹੋਗੇ, ਝੂਠ ਨੂੰ ਝੂਠ ਨਹੀਂ ਕਹੋਗੇ, ਤਾਂ ਫਿਰ ਫਾਇਦਾ ਵੀ ਕੀ ਸਾਡੇ ਇਨਸਾਨੀਅਤ ਦਾ, ਸਾਡੇ ਪੜ੍ਹੇ ਲਿਖੇ ਹੋਣ ਦਾ, ਸਾਡੇ ਚੰਗੇ ਇੱਕ ਧਾਰਮਿਕ ਬੰਦੇ ਹੋਣ ਦਾ ਫਾਇਦਾ ਵੀ ਕੋਈ ਨਹੀਂ ਹੈ। ਸਰ ਵਿਰੋਧੀ ਧਿਰਾਂ ਕਹਿ ਰਹੀਆਂ ਨੇ, ਜਥੇਬੰਦੀਆਂ ਕਹਿ ਰਹੀਆਂ, ਪਬਲਿਕ ਵੀ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਇਹ ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਜਿਹੜਾ ਇਨਸਾਫ ਨਹੀਂ ਦਿੱਤਾ, ਇਸ ਕਰਕੇ ਡਾਊਨਫਾਲ ਗਿਆ। ਲੇਕਿਨ ਅਕਾਲੀ ਦਲ ਇਹ ਦਾਅਵਾ ਕਰ ਰਿਹਾ ਕਿ ਸਾਡਾ ਵਿਕਾਸ ਬੋਲ ਲਿਆ, ਸਾਡੇ ਵਿਕਾਸ ਦੇ ਸਿਰ ਤੇ ਸਾਨੂੰ ਜਿਹੜੀ ਇਲੈਕਸ਼ਨ ਮਿਲੇਗੀ, ਵੋਟ ਮਿਲੇਗੀ, ਇਹਨੂੰ ਕਿਵੇਂ ਮੰਨਦੇ ਤੁਸੀਂ? ਹਾਂਜੀ, ਦੇਖੋ ਇਸ ਤਰ੍ਹਾਂ ਹੁੰਦਾ ਨਾ ਕਿ ਤੁਸੀਂ ਜਿਸ ਤਰ੍ਹਾਂ ਲੋਕਾਂ ਨੂੰ ਇੱਕ ਪੱਟੀ ਪੜ੍ਹਾ ਲਓ, ਤਾਂ ਇਹਨਾਂ ਨੇ ਵਿਕਾਸ ਦੀ ਪੱਟੀ ਪੜ੍ਹਾਈ ਕੇ ਬੜਾ ਵਿਕਾਸ ਕੀਤਾ, ਬੜਾ ਵਿਕਾਸ ਕੀਤਾ। ਹੁਣ ਵਿਕਾਸ ਨੂੰ ਕੀ ਕਹਿੰਦੇ ਜੀ, ਇਹਨਾਂ 4 ਪੁਲ ਬਣਾਤੇ, ਇਹਨਾਂ ਸੜਕਾਂ ਬਣਾਤੀਆਂ। ਸੜਕਾਂ ਤੇ ਸਾਰੀਆਂ ਟੈਕਸ ਵਾਲੀਆਂ ਜੇ, ਤੁਸੀਂ ਟੈਕਸ ਦਿੰਦੇ ਹੋ ਤੇ ਤਾਂ ਤੁਸੀਂ ਸੜਕ 'ਤੇ ਚੜ੍ਹਦੇ ਹੋ ਜਾ ਕੇ। ਬਾਕੀ ਜਿਹੜੀ ਪਿੰਡਾਂ ਦੀ ਸੜਕਾਂ ਨੇ ਉਹ ਤੁਹਾਨੂੰ ਪਤਾ ਹੀ ਹੈ ਜਿਹੋ ਜਿਹੀਆਂ ਹੈਗੀਆਂ ਨੇ, ਠੀਕ ਠਾਕ ਹੀ ਨੇ, ਹੈ ਨਾ, ਬਹੁਤ ਚੰਗੀਆਂ ਨਹੀਂ ਕੋ ਹੈਗੀਆਂ। ਦੂਜੀ ਗੱਲ ਇਹ ਹੈ ਕਿ ਡਿਵੈਲਪਮੈਂਟ ਸਿਰਫ ਇਹੀ ਨਹੀਂ ਹੁੰਦੀ, ਡਿਵੈਲਪਮੈਂਟ ਇਨਸਾਨ ਦੀ ਹੁੰਦੀ ਹੈ, ਡਿਵੈਲਪਮੈਂਟ ਇਨਸਾਨੀਅਤ ਦੀ ਹੁੰਦੀ ਹੈ। ਸੋ ਇਨਸਾਨ ਦੀ ਡਿਵੈਲਪਮੈਂਟ ਮੈਂ ਤਾਂ ਹੀ ਮੰਨਾਂਗਾ ਜੇ ਸਾਡੇ ਬੱਚੇ ਜਿਹੜੇ ਨੇ ਉਹ ਚੰਗੇ ਸਕੂਲਾਂ 'ਚ ਪੜ੍ਹਨਗੇ, ਜੇ ਉਹ ਕੰਪੀਟੀਟਿਵ ਹੋਣਗੇ, ਜੇ ਉਹ ਬਾਹਰ ਜਾ ਕੇ ਫੋਰਨ ਕੰਟਰੀਜ਼ ਕੋ ਪੜ੍ਹਨ ਲਿਖਣ ਵਾਲੀ ਜੋਬ ਲੱਭਣਗੇ, ਔਰ ਇਹ ਨਹੀਂ ਕਿ ਸਿਰਫ ਟਰੱਕ ਚਲਾਉਣ ਜਾਂ ਸਫਾਈਆਂ ਕਰਨ ਜਾਂ ਜਾ ਕੇ ਹੋਟਲਾਂ 'ਚ ਕੰਮ ਕਰਨ, ਉਹ ਪੜ੍ਹੇ ਲਿਖੇ ਕੰਮ ਕਰਨ, ਤਾਂ ਮੈਂ ਇਹਨੂੰ ਡਿਵੈਲਪਮੈਂਟ ਬੱਚਿਆਂ ਦੀ ਮੰਨਾਂਗਾ। ਔਰ ਇਸ ਤਰ੍ਹਾਂ ਸਿਹਤ ਦੀ ਡਿਵੈਲਪਮੈਂਟ ਤਾਂ ਮੰਨਾਂਗਾ ਕਿ ਸਾਡੀ ਦਵਾਈਆਂ ਮੁਫਤ ਮਿਲਣ, ਸਾਡੇ ਹਸਪਤਾਲ ਹੋਰ ਹੋਣ, ਸਾਡੀ ਡਿਸਪੈਂਸਰੀਆਂ ਖੁੱਲ੍ਹਣ। ਹੁਣ ਮੇਰੇ ਇਲਾਕੇ 97 ਪਿੰਡ ਆ, ਉੱਥੋਂ ਦੀ ਮੇਰੇ ਕੋਲ 35-40 ਹਜ਼ਾਰ ਉੱਥੇ ਦੀ ਆਬਾਦੀ ਆ, ਅਤੇ ਇੱਕ ਡਿਸਪੈਂਸਰੀ ਨਹੀਂ ਉੱਥੇ ਹੈਗੀ। ਚਲੋ ਇਨਸਾਨ ਵੀ ਡਿਵੈਲਪਮੈਂਟ, ਡੰਗਰਾਂ ਦੀ ਵੀ ਨਹੀਂ ਹੈਗੀ। ਮੇਰਾ ਕਹਿਣ ਦਾ ਮਤਲਬ ਹੈ ਕਿ ਕਾਹਦੀ ਡਿਵੈਲਪਮੈਂਟ ਹੈ ਤੁਹਾਡੀ? ਫਿਰ ਮੈਂ ਤੁਹਾਨੂੰ ਥੋੜ੍ਹੀ ਫਿਗਰਸ ਦੱਸਦਾ। ਦੇਖੋ ਪੰਜਾਬ 'ਚ ਆਬਾਦੀ ਪੰਜਾਬ ਦੀ ਹੈਗੀ ਜੇ 2 ਕਰੋੜ 75 ਲੱਖ, ਅਤੇ ਸਰਕਾਰੀ ਸਕੂਲ ਸਰਕਾਰੀ ਕਾਲਜ ਕਿੰਨੇ ਜੇ 45, ਅਤੇ ਹਰਿਆਣੇ ਦੀ ਆਬਾਦੀ ਹੈਗੀ ਜੀ 2.5 ਕਰੋੜ, ਅਤੇ ਸਰਕਾਰੀ ਕਾਲਜ ਕਿੰਨੇ ਨੇ 170 ਵੇਖੋ 45 ਦੇ ਕਿੱਥੇ 170, ਅਤੇ ਹਿਮਾਚਲ ਦੀ ਆਬਾਦੀ ਸਾਰੀ ਕਰੋੜ ਤੋਂ ਘੱਟ ਹੈ ਅਤੇ ਕਾਲਜ 90। ਅਤੇ ਕਿਹੜਾ ਡਿਵੈਲਪ ਜ਼ਿਆਦਾ ਹੋਇਆ? ਉਹ ਡਿਵੈਲਪ ਹੋਏ ਕਿ ਇਹ ਡਿਵੈਲਪ ਹੋਏ? ਸੋ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਇਹਨਾਂ ਲੋਕਾਂ ਨੂੰ ਕੋਈ ਸਕੂਲ ਨਹੀਂ ਨਵੇਂ ਦਿੱਤੇ, ਇਹਨਾਂ ਕੋਈ ਟੀਚਰ ਨਵੇਂ ਨਹੀਂ ਦਿੱਤੇ, ਇਹਨਾਂ ਨੇ ਕੋਈ ਸਾਨੂੰ ਹਸਪਤਾਲ ਨਵੇਂ ਨਹੀਂ ਦਿੱਤੇ। ਸੋ ਇਹ ਡਿਵੈਲਪਮੈਂਟ ਦੀ ਗੱਲ ਕਰਦੇ ਆ। ਅਸੀਂ ਜਦੋਂ ਲਾਸਟ ਟਾਈਮ ਆਏ ਸੀਗੇ ਨਾ, ਜਦੋਂ ਅਸੀਂ ਲੋਕਾਂ ਨੂੰ ਵੋਟਾਂ ਮੰਗੀਆਂ ਸੀ ਆਮ ਆਦਮੀ ਪਾਰਟੀ ਨੇ, ਅਤੇ ਅਸੀਂ ਕਿਹਾ ਸੀਗਾ ਕਿ 29,000 ਤੁਹਾਡੀਆਂ ਅਸਾਮੀਆਂ ਜਿਹੜੀ ਨੇ ਟੀਚਰਸ ਦੀ ਖਾਲੀ ਨੇ, ਅਸੀਂ ਇਹ ਭਰਾਂਗੇ, ਪਲੱਸ ਅਸੀਂ 30,000 ਹੋਰ ਟੀਚਰ ਨਵੇਂ ਭਰਤੀ ਕਰਾਂਗੇ। ਸਾਡੇ ਵਾਸਤੇ ਸਕੂਲਸ ਇੰਨੇ ਇੰਪੋਰਟੈਂਟ ਨੇ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਫਿਗਰ ਹੋਰ ਦੱਸ ਦਿੱਲੀ ਜਦੋਂ ਸਾਡੀ ਸਰਕਾਰ 5 ਸਾਲ ਪਹਿਲਾਂ ਆਈ ਹੈ, ਅਤੇ ਸਾਡੇ ਕੋਲ ਸਰਕਾਰੀ ਸਕੂਲਾਂ 'ਚ 17,000 ਕਮਰੇ ਸੀਗੇ, ਜੋ ਸਾਨੂੰ ਆਜ਼ਾਦੀ ਤੋਂ ਲੈ ਕੇ ਉਦੋਂ ਤੱਕ ਬਣੇ ਸੀਗੇ। ਉਹ ਵੀ ਜਿੱਦਾਂ ਤੁਹਾਨੂੰ ਕੰਡੀਸ਼ਨ ਪਤਾ ਸਰਕਾਰੀ ਸਕੂਲਾਂ ਦੀ, ਉੱਥੇ ਵੀ ਉਹੀ ਸੀਗੀ। ਅਸੀਂ 18,000 ਬਿਲਕੁਲ ਟੋਟਲੀ ਨਵੇਂ ਵੈਲ ਇਕੁਇਪਡ ਕਲਾਸਰੂਮ ਬਣਾਏ। 17,000 ਦੇ ਪੁਰਾਣੇ ਜਿਹੜੇ ਸੀਗੇ ਉਹ ਅਸੀਂ ਉਹਨਾਂ ਨੂੰ ਰੈਨੋਵੇਟ ਕੀਤਾ, ਔਰ ਫਸਟ ਕਲਾਸ ਤਰੀਕੇ ਨਾਲ। ਔਰ ਉਹਦੇ ਬਾਅਦ ਅਸੀਂ ਜਿਮ ਬਣਾਏ, ਅਸੀਂ ਸਵਿਮਿੰਗ ਪੂਲ ਬਣਾਏ ਫੁੱਲ ਓਲੰਪਿਕ ਲੈਂਥ, ਅਸੀਂ ਐਸਟ੍ਰੋ ਟਰਫ ਲਗਾਈ ਹੈ। ਮਤਲਬ ਜੋ ਬਾਥਰੂਮ ਜਿਹੜੇ ਨੇ ਅਸੀਂ ਗ੍ਰੇਨਾਈਟ ਲਗਾਇਆ ਹੈ। ਤਾਂ ਲੋਕ ਇਹ ਸਵਾਲ ਕਰਦੇ ਲੈ ਉੱਥੇ ਕੀ ਫਾਇਦਾ ਮਹਿੰਗਾ ਪੱਥਰ ਲਾਉਣ ਦਾ? ਉਹ ਇਸ ਤਰ੍ਹਾਂ ਲਾਇਆ ਤਾਂ ਕਿ ਕਿਸ ਨੂੰ ਇਨਫੀਰੀਟੀ ਕੰਪਲੈਕਸ ਨਾ ਹੋਵੇ, ਜਿਹੜਾ ਕਮਤਰਫੀ ਦਾ ਅਹਿਸਾਸ ਆ ਨਾ ਸਾਡੇ ਬੱਚਿਆਂ 'ਚ ਨਾ ਹੋਵੇ। ਚਾਹੇ ਬੱਚਾ ਰਿਕਸ਼ੇ ਵਾਲੇ ਦਾ ਹੈ, ਚਾਹੇ ਉਹ ਦੁਕਾਨਦਾਰ ਦਾ ਹੈ, ਅਤੇ ਚਾਹੇ ਬੱਚਾ ਕਿਸੇ ਅਫਸਰ ਦਾ। ਜਦੋਂ ਜਾਵੇ ਤਾਂ ਉਹ ਮਹਿਸੂਸ ਕਰੇ ਕਿ ਮੈਂ ਇੱਕ ਚੰਗੇ ਸਕੂਲ 'ਚ ਪੜ੍ਹਦਾ, ਮੇਰੇ ਸਕੂਲ ਦੀ ਬਿਲਡਿੰਗ ਚੰਗੀ ਹੈ, ਮੇਰੇ ਸਕੂਲ ਦੇ ਟੀਚਰ ਚੰਗੇ ਨੇ। ਅਸੀਂ ਟੀਚਰਾਂ 'ਤੇ ਪਹਿਲੇ ਸਾਲ ਜਦੋਂ ਅਸੀਂ ਆਏ ਹਾਂ, ਅਸੀਂ 100 ਕਰੋੜ ਅੱਡ ਕਰ ਲਿਆ, ਔਰ ਟੀਚਰਸ ਦੀ ਡਿਵੈਲਪਮੈਂਟ ਵਾਸਤੇ ਟੀਚਰਸ ਨੂੰ ਅਸੀਂ ਆਕਸਫੋਰਡ ਕਰ ਲਿਆ, ਫਿਨਲੈਂਡ ਕਰ ਲਿਆ, ਸਿੰਗਾਪੁਰ ਕਰ ਲਿਆ। ਉਹਨਾਂ ਨੇ ਮਿਲ ਕੇ ਆ ਕੇ ਸਾਡੇ ਟੀਚਰਸ ਨੂੰ ਲੋਕਲ ਟੀਚਰ ਨੂੰ ਟ੍ਰੇਨਿੰਗ ਦਿੱਤੀ, ਔਰ ਉਹਦੇ ਨਾਲ ਸਾਡਾ ਸਟੈਂਡਰਡ ਮਿਆਰ ਬਹੁਤ ਵੱਧ ਗਿਆ। ਇੱਕ ਸਾਡੇ ਸਕੂਲ ਨੀਟ ਵਾਸਤੇ ਜਿਹੜਾ ਅਸੀਂ ਬੱਚੇ ਪ੍ਰੀਪੇਅਰ ਕਰਾਏ, 70 ਬੱਚੇ ਸੀ, ਮੇਰੇ ਖਿਆਲ 35 ਬੱਚੇ ਕਿ 40 ਬੱਚੇ ਐਗਜ਼ਾਮ ਕਰੈਕ ਕਰ ਗਏ। ਸੋ ਅਸੀਂ ਉਸ ਲੈਵਲ 'ਤੇ ਬੱਚਿਆਂ ਨੂੰ ਲੈ ਕੇ ਜਾ ਰਹੇ ਹਾਂ, ਕਿਉਂਕਿ ਅਸੀਂ ਫੀਲ ਕਰਦੇ ਹਾਂ ਕਿ ਜਿਹੜੇ ਗਰੀਬ ਹੁੰਦੇ ਆ, ਜਿਹੜਾ ਰਿਕਸ਼ੇ ਵਾਲਾ ਹੈ, ਜਿਹੜਾ ਕੈਜੂਅਲ ਲੇਬਰਰ ਹੈ, ਜਿਨ੍ਹਾਂ ਕੋਲ ਦੁਕਾਨ ਨਹੀਂ ਹੈ, ਜਿਨ੍ਹਾਂ ਕੋਲ ਕਾਰੋਬਾਰ ਨਹੀਂ ਹੈ, ਜਿਨ੍ਹਾਂ ਕੋਲ ਨੌਕਰੀਆਂ ਨਹੀਂ ਹੈ ਪੱਕੀਆਂ ਸਰਕਾਰੀ, ਜਿਨ੍ਹਾਂ ਕੋਲ ਕੋਈ ਫੈਕਟਰੀਆਂ ਨਹੀਂ ਹੈ, ਤਾਂ ਉਹ ਕਿਸ ਤਰ੍ਹਾਂ ਉੱਠਣਗੇ ਉੱਪਰ? ਉਹ ਇਸੇ ਤਰ੍ਹਾਂ ਉੱਠ ਸਕਦੇ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਜਾਣ ਔਰ ਕਿਸੇ ਚੰਗੀ ਨੌਕਰੀ ਲੱਗ ਜਾਣ। ਪਰਿਵਾਰ ਨੂੰ ਚੁੱਕਣ ਦਾ ਇੱਕ ਤਰੀਕਾ ਹੈਗਾ। ਸੋ ਇਹ ਸਾਡੇ ਖਿਆਲ ਨੇ, ਔਰ ਆਈ ਹੋਪ ਕਿ ਅਸੀਂ ਲੋਕਾਂ ਤੱਕ ਇਹ ਪਹੁੰਚਾ ਸਕੀਏ। ਲੋਕ ਸੁਣ ਰਹੇ ਨੇ ਸਾਡੀ ਗੱਲਾਂ, ਮੰਨਣ ਨੂੰ ਵੀ ਤਿਆਰ ਨੇ, ਅਤੇ ਮੈਨੂੰ ਆਸ ਹੈ ਕਿ ਐਤਕੀ ਆਮ ਆਦਮੀ ਪਾਰਟੀ ਬੜੇ ਜ਼ੋਰ ਸ਼ੋਰ ਨਾਲ ਪੰਜਾਬ 'ਚ ਆਏਗੀ। ਦਿੱਲੀ ਵਿੱਚ ਜਿਵੇਂ ਆਮ ਆਦਮੀ ਪਾਰਟੀ ਜਿਹੜੀ ਬਹੁਤ ਵੱਡੇ ਦਾਅਵੇ ਕਰ ਰਹੀ ਹੈ ਵੀ ਦਿੱਲੀ ਦੇ ਵਿੱਚ ਅੱਛੀ ਵੈਲ ਐਜੂਕੇਸ਼ਨ ਵੀ ਜਿਹੜੀ ਹੈ ਦਿੱਤੀ ਜਾ ਰਹੀ ਹੈ, ਸਮਾਰਟ ਐਜੂਕੇਸ਼ਨ ਹੈ। ਦਿੱਲੀ ਦੇ ਵਿੱਚ ਹੈਲਥ ਦੇ ਲਈ ਜਿਹੜੇ ਬਹੁਤ ਵੱਡੇ ਜਿਹੜੇ ਉਪਰਾਲੇ ਕੀਤੇ ਗਏ ਨੇ, ਦਿੱਲੀ 'ਚ ਬਿਜਲੀ ਪਾਣੀ ਦੀ ਹੋਰ ਵੀ ਬੜੇ ਕੀਤੇ ਗਏ ਨੇ। ਕਿ ਪੰਜਾਬ ਦੇ ਵਿੱਚ ਲੋਕ ਇਹ ਆਸ ਰੱਖ ਸਕਦੇ ਨੇ ਕਿ ਉਸ ਤਰ੍ਹਾਂ ਦੀ ਐਜੂਕੇਸ਼ਨ ਮਿਲੇਗੀ, ਉਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਨੂੰ ਜਿਹੜੀ ਆ ਮੈਡੀਕਲ ਜਿਹੜੀਆਂ ਸਹੂਲਤਾਂ ਜਿਹੜੀਆਂ ਮੁਹੱਈਆ ਕਰਾਈਆਂ ਜਾਣਗੀਆਂ, ਤਾਂ ਕਿ ਜਿਹੜਾ ਹੇਠਲੇ ਲੈਵਲ ਦਾ ਜਿਹੜਾ ਆਦਮੀ ਆ ਉਹ ਵੀ ਉੱਪਰ ਉੱਠ ਸਕੇ। ਸਰ ਦੇਖੋ ਇਸ ਤਰ੍ਹਾਂ ਜੇ ਮੇਰੇ ਵਰਗਾ, ਮੈਂ ਹੁਣ ਡਾਕਟਰ ਹਾਂ ਨਾ, ਤਾਂ ਮੈਂ ਡਾਕਟਰੀ ਛੱਡ ਕੇ ਮੈਂ ਇੱਧਰ ਤੁਰ ਪਿਆ ਹਾਂ।
ਤੇ ਸਾਡਾ ਤੇ ਮਕਸਦ ਇਹ ਹੈ ਕਿ ਅਸੀਂ ਅਪਲਿਫਟਮੈਂਟ ਵਾਸਤੇ ਆ ਰਹੇ ਹਾਂ। ਅਸੀਂ ਪੋਲਿਟਿਕਸ ਐਸ ਮਚ ਨਹੀਂ ਕਰਨ ਆ ਰਹੇ, ਔਰ ਪੋਲਿਟਿਕਸ ਕਰਨ ਆ ਰਹੇ ਹਾਂ ਤਾਂ ਆਹ ਵਾਲੀ ਪੋਲਿਟਿਕਸ ਕਰਨ ਆ ਰਹੇ ਹਾਂ। ਇਹ ਨਹੀਂ ਕਿ ਜੋ ਇਹਨਾਂ ਸਾਡੇ ਪੰਜਾਬ ਦੇ ਜਿਹੜੇ ਸਿਆਸਤਦਾਨਾਂ ਨੇ ਗੰਦੀ ਪੋਲਿਟਿਕਸ ਬਣਾਤੀ ਹੈ, ਜਿਹਦੇ 'ਚ ਤੁਸੀਂ ਪੈਸੇ ਖਰਚ ਕੇ ਪਾਵਰ ਲੈਂਦੇ ਹੋ ਔਰ ਮੁੜ ਕੇ ਪਾਵਰ 'ਚੋਂ ਫਿਰ ਪੈਸੇ ਕਮਾਉਂਦੇ ਹੋ, ਫਿਰ ਪਾਵਰ ਲੈਂਦੇ ਹੋ। ਇੱਕ ਵਿਸ਼ੇਸ਼ ਸਰਕਲ ਬਣ ਗਿਆ। ਅਸੀਂ ਚਾਹੁੰਦੇ ਕਿ ਅਸੀਂ ਬਹੁਤ ਘੱਟ ਪੈਸਿਆਂ ਨਾਲ ਇਲੈਕਸ਼ਨ ਲੜੀਏ, ਔਰ ਸਾਡਾ ਬਿਲਕੁਲ ਪੈਸਿਆਂ ਵੱਲ ਕਿਸੇ ਦਾ ਵੀ ਸਾਡੀ ਪਾਰਟੀ ਵਾਲੇ ਦਾ ਧਿਆਨ ਨਾ ਹੋਵੇ ਕਿ ਅਸੀਂ ਪੈਸੇ ਕਮਾਉਣੇ ਆ, ਅਸੀਂ ਕੋਈ ਮਾਫੀਆ ਚਲਾਉਣਾ ਹੈ। ਔਰ ਉਹ ਜਿਹੜੇ ਮਾਫੀਆ 'ਚ ਪੈਸੇ ਬਣਦੇ ਆ, ਉਹ ਸਾਰੇ ਪੈਸੇ ਅਸੀਂ ਮੇਨ ਸਟਰੀਮ 'ਚ ਲੈ ਕੇ ਆਈਏ। ਔਰ ਮੈਂ ਬੜਾ ਹੈਰਾਨ ਹੋ ਰਿਹਾ ਸੀ ਸੁਣ ਕੇ ਕਿ ਇੱਕ ਟਰੱਕ ਜਿਹੜਾ ਨਿਕਲਦਾ ਉਹਦਾ ਬਜਰੀ ਦਾ 6000 ਰੁਪਇਆ ਉੱਤੇ ਲੱਗਦਾ ਜੀ ਗੁੰਡਾ ਟੈਕਸ, ਰੇਤ ਦੇ ਟਰੱਕ 'ਤੇ ਲੱਗਦਾ ਜੀ 4000 ਗੁੰਡਾ ਟੈਕਸ, ਔਰ ਉਹ ਫਿਗਰ ਸੀਗੀ ਕੋਈ 95,000 ਕਰੋੜ ਦੀ ਫਿਗਰ ਸੀਗੀ। ਮੈਂ ਦਿਮਾਗ ਇੱਕ ਮਿੰਟ ਸੁੰਨ ਹੋ ਜਾਂਦਾ। ਸਾਡਾ ਬਜਟ ਨਹੀਂ ਹੈਗਾ ਜਿੰਨੀ ਫਿਗਰ ਬਲੈਕ ਚੱਲਣ ਡਈ ਆ। ਸੋ ਜਦੋਂ ਸਾਰੇ ਪੈਸੇ ਲੈ ਕੇ ਆਉਂਦੇ ਆ, ਅਸੀਂ ਪਾਣੀ ਸੁਧਾਰਾਂਗੇ, ਅਸੀਂ ਜ਼ਮੀਨ 'ਚੋਂ ਪਾਣੀ ਕੱਢਣਾ ਬੰਦ ਕਰਾਂਗੇ। ਨਹਿਰ ਸਾਡੇ ਹੈਗੀ, ਨਹਿਰ ਦਾ ਪਾਣੀ ਲਾਵਾਂਗੇ, ਉਹਨੂੰ ਸਾਫ਼ ਕਰਾਂਗੇ। ਪਾਈਪਸ ਬਹੁਤ ਸਾਰੀ ਵਿਛੀਆਂ ਹੋਈਆਂ ਨੇ, ਬਾਕੀ ਵਿਛਾਵਾਂਗੇ ਉਹਨੂੰ। ਇਹ ਕੋਈ ਅਨਸਰਮਾਊਂਟੇਬਲ ਪ੍ਰੋਬਲਮ ਨਹੀਂ ਹੈਗੀ, ਇਹ ਜੀ ਸਮੱਸਿਆ ਨਹੀਂ ਜਿਹੜੀ ਹੱਲ ਨਾ ਕੀਤੀ ਜਾ ਸਕੇ। ਔਰ ਦਿੱਲੀ 'ਚ ਜੇ ਪਾਣੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਟੈਂਕਰ ਮਾਫੀਆ ਸੀਗਾ, ਜਿਹੜੇ ਸਾਡੇ ਆਊਟਲਾਈਂਗ ਏਰੀਆ ਸੀ ਉੱਥੇ ਨਹੀਂ ਸੀ ਪਹੁੰਚਦਾ ਪਾਣੀ। ਟੈਂਕਰ ਜਿਸ ਤਰ੍ਹਾਂ ਸਾਡੇ ਸ਼ਰਾਬ ਮਾਫੀਆ, ਦੂਜੇ ਮਾਫੀਆ, ਉੱਥੇ ਟੈਂਕਰ ਮਾਫੀਆ ਚੱਲਦਾ ਸੀਗਾ। ਟੋਟਲ ਉਹਦੇ ਲੱਕ ਤੋੜ ਕੇ ਬਹਾਤਾ ਉਹਨਾਂ ਨੂੰ। ਪਾਈਪਾਂ ਦੂਰ ਦੂਰ ਤੱਕ ਲੈ ਗਏ ਆ। ਪੀਣ ਵਾਲਾ ਪਾਣੀ ਸਾਰੇ ਦਿੱਲੀ 'ਚ ਅਸੀਂ ਮੁਹੱਈਆ ਕਰਾਇਆ। 20,000 ਲੀਟਰ ਅਸੀਂ ਫ੍ਰੀ ਦਿੰਦੇ ਹਾਂ। 20,000 ਲੀਟਰ ਤਾਂ ਫ੍ਰੀ ਦਿੰਦੇ ਹਾਂ, ਅਸੀਂ ਕਹਿੰਦੇ ਤੇ 20,000 ਲੀਟਰ ਵਰਤੋ, ਇਸ ਤੋਂ ਉੱਪਰ ਨਾ ਵਰਤੋ, ਤਾਂ ਕਿ ਪਾਣੀ ਕੰਜ਼ਰਵ ਕਰ ਸਕੀਏ। ਇਸ ਤਰ੍ਹਾਂ ਅਸੀਂ 200 ਯੂਨਿਟ ਫ੍ਰੀ ਦਿੰਦੇ ਹਾਂ ਉੱਥੇ, ਔਰ ਹਰ ਇੱਕ ਨੂੰ ਫ੍ਰੀ ਦਿੰਦੇ ਹਾਂ, ਚਾਹੇ ਉਹ ਪ੍ਰਾਈਮ ਮਿਨਿਸਟਰ ਹੈ ਅਤੇ ਚਾਹੇ ਉਹ ਝੁੱਗੀ ਝੋਂਪੜੀ ਵਾਲਾ ਹੈ, ਸਭ ਨੂੰ 200 ਯੂਨਿਟ ਫ੍ਰੀ ਦਿੰਦੇ ਹਾਂ। ਅਤੇ ਇਸੇ ਤਰ੍ਹਾਂ ਹੀ ਪੰਜਾਬ 'ਚ 300 ਯੂਨਿਟ ਫ੍ਰੀ ਦੇ ਰਹੇ ਹਾਂ। ਅਸੀਂ ਜੇ ਆਉਂਦੇ ਹਾਂ ਤਾਂ ਅਸੀਂ 300 ਯੂਨਿਟ ਫ੍ਰੀ ਦਾਂਗੇ ਹਰ ਇੱਕ ਨੂੰ, ਕਿਉਂਕਿ ਕਿਸੇ ਸਰਕਾਰ ਨੇ ਅੱਜ ਤੱਕ ਜਿਹੜੇ ਅਸਲ ਮੱਧਮ ਵਰਗਾਂ ਦੇ ਬਾਰੇ ਨਹੀਂ ਸੋਚਿਆ। ਸਾਨੂੰ ਦੇਖੋ, ਈਵਨ ਮੱਧਮ ਵਰਗ ਦੇ ਜਿਹੜੇ ਬੰਦੇ ਨੇ, ਕਈ ਤਾਂ ਬਹੁਤ ਕਮਜ਼ੋਰ ਨੇ, ਜਿਹੜੇ ਸਾਡੇ ਆ ਕਾਰੋਬਾਰੀ ਨੇ, ਦੁਕਾਨ ਕਰਦੇ, ਛੋਟੀ ਮੋਟੀ ਦੁਕਾਨ ਕਰਦੇ, ਉਹਨਾਂ ਦਾ ਕੋਈ ਅਨਲਿਮਿਟਿਡ ਫੰਡਸ ਨਹੀਂ ਉਹ ਗਰੀਬਾਂ ਕੋਲ ਹੈਗੇ। ਉਹ ਸਮਾਨ ਵੇਚਦੇ ਥੋੜ੍ਹਾ ਬਹੁਤ ਲਿਆ ਕੇ, ਅਤੇ ਉਹ ਜਿਹੜੇ ਸ਼ਾਮ ਨੂੰ ਪੈਸੇ ਆਉਂਦੇ ਉਹ ਖਾ ਪੀ ਲੈਂਦੇ ਨੇ, ਥੋੜ੍ਹੇ ਜਮ੍ਹਾਂ ਕਰਾ ਲੈਂਦੇ ਨੇ। ਸੋ ਇਸ ਕਰਕੇ ਜਿਹੜੀਆਂ ਸਾਡੀਆਂ ਨੀਤੀਆਂ ਨੇ ਕਿ ਪਾਣੀ ਸਾਨੂੰ ਮਿਲੇ, ਸਾਫ਼ ਮਿਲੇ, ਜਿਹੜਾ ਸਾਨੂੰ ਬਿਜਲੀ ਮਿਲੇ, 24 ਘੰਟੇ ਮਿਲੇ ਔਰ ਮੁਫਤ ਮਿਲੇ। ਔਰ ਅਸੀਂ ਪੁਰਾਣੇ ਬਿੱਲ, ਜਿਹੜੇ ਬੇਹੂਦਾ ਬਿੱਲ ਨੇ, ਜਿਹੜੇ ਬਿਲਕੁਲ ਨਜਾਇਜ਼ ਬਿੱਲ ਇਹਨਾਂ ਨੇ ਲਾਏ ਨੇ ਲੋਕਾਂ 'ਤੇ। ਇੱਕ ਗਰੀਬ ਜਿਹਾ ਬੰਦਾ ਜਿਹੜਾ ਛੋਟੇ ਜਿਹੇ ਘਰ 'ਚ ਰਹਿ ਰਿਹਾ, ਜਿਹਦੇ ਘਰ 2 ਪੱਖੇ ਵੀ ਨਹੀਂ ਹੈਗੇ, ਤਾਂ ਤੁਸੀਂ ਉਹਨੂੰ 1 ਲੱਖ ਬਿੱਲ ਘੱਲ ਦਿਓ, ਤਾਂ ਉਹ ਬਿਲਕੁਲ ਉਹ ਦੇ ਨਹੀਂ ਸਕਦਾ ਕਦੇ। ਉਹ ਕਨੈਕਸ਼ਨ ਕਢਾ ਕੁੰਡੀ ਲਾ ਕੇ ਸਾਰੀ ਕੱਢ ਲਊਗਾ। ਉਹ ਅਸੀਂ ਕੈਂਸਲ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਜਿਹੜੇ ਲੋਕਾਂ ਨੂੰ ਮਜਬੂਰੀ ਚੋਰੀ ਕਰਨੀ ਪੈ ਰਹੀ ਹੈ ਕੁੰਡੀ ਲਾ ਕੇ, ਉਹ ਕੁੰਡੀ ਸਿਸਟਮ ਖਤਮ ਹੋਵੇ। ਕੁੰਡੀ ਸਭ ਦੀ ਕਟਾਈਏ ਅਸੀਂ, ਔਰ ਉਹ ਸਭ ਨੂੰ 300 ਯੂਨਿਟ ਫ੍ਰੀ ਦਈਏ, ਔਰ ਉਹਨੂੰ ਕਹੀਏ ਕੰਜ਼ਰਵ ਕਰੀਏ ਬੱਤੀ। ਸੋ ਇਹ ਸਾਡੇ ਇਰਾਦੇ ਨੇ ਜੀ। ਮੈਨੂੰ ਲੱਗਦਾ ਕਿ ਲੋਕ ਸਾਡੀ ਗੱਲ ਸੁਣਨਗੇ ਐਤਕੀ। ਅਸੀਂ ਸਾਰੀਆਂ ਪਾਰਟੀਆਂ ਦੀ ਗੱਲ ਕਰੀ, ਕਾਂਗਰਸ ਵੀ, ਅਕਾਲੀ ਦੀ ਵੀ ਕਰ ਰਹੀ ਹੈ। ਪਾਰਟੀਆਂ ਤੇ ਚਲੋ ਬਹੁਤ ਹੈ। ਆਮ ਆਦਮੀ ਪਾਰਟੀ, ਬੀਜੇਪੀ ਦੀ ਵੀ ਗੱਲ ਕਰਨੇ। ਜਦੋਂ ਬੀਜੇਪੀ ਆਈ ਤੇ ਉਹਨੇ ਬੜੇ ਵੱਡੇ ਦਾਅਵੇ ਕੀਤੇ, ਲੇਕਿਨ ਉਹਦੇ ਬਾਅਦ GST ਵੀ ਲੱਗ ਗਈ, ਨੋਟਬੰਦੀ ਵੀ ਹੋ ਗਈ, ਜਿਹਦੇ ਨਾਲ ਬਿਜ਼ਨਸ ਦਾ ਜਿਹੜਾ ਕਾਰੋਬਾਰ ਉਹ ਠੱਪ ਹੋ ਗਿਆ। ਫਿਰ ਉਹਦੇ ਬਾਅਦ ਜਿਹੜਾ ਇੱਕ ਵੱਡਾ ਮੁੱਦਾ ਜਿਹੜਾ ਚੱਲ ਰਿਹਾ, ਕਿਸਾਨੀ ਮੁੱਦਾ, ਠੀਕ ਹੈ, ਜਿਹੜੇ ਉਹਨਾਂ ਨੇ 3 ਬਿੱਲ ਜਿਹੜੇ ਖੇਤੀ ਕਾਨੂੰਨਾਂ 'ਤੇ ਜਿਹੜੇ ਪਾਸ ਕਰ ਦਿੱਤੇ, ਉਹ ਹਾਲੇ ਤੱਕ ਨਹੀਂ ਫੈਸਲਾ ਹੋਇਆ। ਅਗਰ ਕੱਲ੍ਹ ਨੂੰ ਆਮ ਆਦਮੀ ਦੀ ਪਾਰਟੀ ਆਉਂਦੀ ਹੈ ਤਾਂ ਕੀ ਉਹ ਸਾਰਿਆਂ ਵਾਸਤੇ, ਵਪਾਰੀ ਵਰਗ ਵਾਸਤੇ ਵੀ, ਜਾਂ ਨੌਕਰੀ ਪੇਸ਼ਾ ਵਾਲਿਆਂ ਵਾਸਤੇ, ਜਾਂ ਕਿਸਾਨਾਂ ਵਾਸਤੇ, ਬਾਕੀਆਂ ਵਾਸਤੇ ਉਹ ਕੀ ਕਰੇਗੀ ਜੀ, ਦੱਸੋ। ਸਰ ਦੇਖੋ, ਇਸ ਤਰ੍ਹਾਂ ਹੈ ਕਿ ਜਿਹੜਾ ਸੈਂਟਰ ਦਾ ਮੁੱਦਾ ਨਾ, ਬੜੀ ਵੱਡੀ ਸਾਡੀ ਪ੍ਰੋਬਲਮ ਆ ਗਈ ਹੈ। ਉੱਥੇ ਇੱਕ ਇਸ਼ੂ ਬਣ ਗਿਆ, ਹਿੰਦੂਤਵ ਦਾ ਇਸ਼ੂ ਬਣ ਗਿਆ। ਮਤਲਬ ਮੋਦੀ ਸਾਹਿਬ ਜਿਹੜੇ ਨੇ ਉਹ ਲਿਮਿਟਿਡ ਮੁੱਦੇ 'ਤੇ ਚਲੇ ਗਏ ਨੇ। ਉਹਦੇ ਵਾਸਤੇ, ਉਹਨਾਂ ਵਾਸਤੇ ਜਿਹੜੀ ਦੇਸ਼ ਦੀ ਗਵਰਨੈਂਸ ਉਹ ਸਫਰ ਕਰ ਗਈ ਹੈ। ਠੀਕ ਹੈ ਨਾ ਗੱਲ। ਦੂਜੀ ਗੱਲ ਆ, ਸੁਣਦੇ ਨਹੀਂ ਕਿਸੇ ਦੀ, ਉਹ ਪੁੱਛਦੇ ਨਹੀਂ ਕਿਸੇ ਨੂੰ। ਆਪ ਪੜ੍ਹੇ ਲਿਖੇ ਨਹੀਂ ਹੈਗੇ, ਔਰ ਪੜ੍ਹਿਆ ਲਿਖਿਆ ਨਾ ਹੋਵੇ, ਔਰ ਜਾਣਦਾ ਹੋਵੇ ਬੰਦਾ ਮੈਂ ਪੜ੍ਹਿਆ ਲਿਖਿਆ ਨਹੀਂ ਗਾ, ਬੰਦਾ ਜਾਣਦਾ ਮੈਂ ਸਿਆਣਾ ਨਹੀਂ ਗਾ, ਸਲਾਹ ਲੈ ਕੋਈ ਮਾੜੀ ਗੱਲ ਨਹੀਂ ਹੁੰਦੀ। ਲੇਕਿਨ ਜੇ ਹੰਕਾਰ 'ਚ ਆ ਜਾਏ ਬੰਦਾ, ਔਰ ਸੋਚੇ ਮੈਂ ਹੀ ਸਭ ਨੂੰ ਸਿਆਣਾ ਹੈ, ਤਾਂ ਉਹ ਦੇਸ਼ ਵਾਸਤੇ ਬਹੁਤ ਘਾਤਕ ਹੋ ਸਕਦਾ, ਔਰ ਸਿੱਧ ਹੋਇਆ। ਅਲੱਗ-ਅਲੱਗ ਥਾਵਾਂ 'ਤੇ ਹੋਇਆ। ਚਾਹੇ ਤੁਸੀਂ ਮੋਨੀਟਰੀ ਲੈ ਲਓ, ਪੈਸੇ ਅੰਦਰ ਲੈ ਲਓ, ਜਿਹੜੀ ਉਹਨਾਂ GST ਸਾਡੇ 'ਤੇ ਲਾਈ ਹੈ, ਜਾਂ ਪਹਿਲਾਂ ਸਾਡੇ 'ਤੇ ਉਹ ਨੋਟਬੰਦੀ ਕੀਤੀ ਹੈ, ਜਾਂ ਚਾਈਨਾ ਬਾਰਡਰ 'ਤੇ ਲੈ ਲਓ, ਜਾਂ ਫੋਰਨ ਪਾਲਿਸੀ ਲੈ ਲਓ। ਸੋ ਅਸੀਂ ਚਾਰੋਂ ਬੰਨੇ ਫੇਲ ਹੋ ਰਹੇ ਹਾਂ। ਹੁਣ ਜਿਹੜਾ ਲੇਟੈਸਟ ਕੀਤਾ ਉਹਨਾਂ ਨੇ, ਇਜ਼ਰਾਈਲ ਕੋਲ ਜਿਹੜਾ ਪੈਗੈਸਸ ਸੌਫਟਵੇਅਰ ਹੈ ਉਹ ਖਰੀਦਿਆ, ਲੋਕਾਂ 'ਤੇ ਸਨੂਪਿੰਗ ਕਰਨ ਡੇ, ਸਪਾਈੰਗ ਕਰਨ ਡੇ ਨੇ। ਸੋ ਇੱਕ ਕਮਜ਼ੋਰ ਬੰਦਿਆਂ ਦੀ ਨਿਸ਼ਾਨੀ ਹੈ। ਇਹ ਬੇਸਿਕਲੀ ਬਹੁਤ ਕਮਜ਼ੋਰ ਨੇ, ਔਰ ਕਮਜ਼ੋਰ ਬੰਦਾ ਜਦੋਂ ਤਾਕਤਵਰ ਸ਼ੋਅ ਕਰਦਾ ਨਾ ਆਪਣੇ ਆਪ ਨੂੰ, ਬੜੀਆਂ ਗਲਤੀਆਂ ਕਰਦਾ। ਅਤੇ ਮੈਂ ਤਾਂ ਅਰਦਾਸ ਕਰਦਾ ਕਿ ਇਹਨੂੰ ਕਿਸੇ ਤਰੀਕੇ ਨਾਲ ਲਾ ਲਿਆ ਜਾਵੇ ਥੱਲੇ, ਅਦਰਵਾਈਜ਼ ਇਹ ਗਾਂਹ ਜਾ ਕੇ ਇਹਨਾਂ ਨੁਕਸਾਨ ਕਰੇਗਾ ਕਿ ਅਸੀਂ ਸੋਚ ਵੀ ਨਹੀਂ ਸਕਦੇ। ਸੋ ਇੱਕ ਤਾਂ ਇਹ ਗੱਲ ਆ ਗਈ। ਦੂਜੀ ਗੱਲ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਬੰਦੇ ਵਾਸਤੇ ਕੀ ਕਰੇਗੀ, ਤਾਂ ਮੈਂ ਤੁਹਾਨੂੰ ਇਹੀ ਬੇਨਤੀ ਕਰ ਰਿਹਾ ਕਿ ਅਸੀਂ ਸਕੂਲ ਦੀ ਤੁਹਾਡੇ ਨਾਲ ਗੱਲ ਕੀਤੀ ਹੈ ਨਾ। ਸਾਡੇ ਸਕੂਲ ਜੇ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਚੰਗੇ ਨਾ ਬਣਾਏ, ਤਾਂ ਮੈਂ ਤੁਹਾਨੂੰ ਕਦੇ ਮੂੰਹ ਨਹੀਂ ਦਿਖਾਵਾਂਗਾ ਆਪਣਾ। ਉਹ ਪੈਸੇ ਬਚਣੇ ਸਾਡੇ। ਜਿੱਦਾਂ ਜੇ ਤੁਸੀਂ ਹੁਣ ਸਮਝ ਲਓ ਕਿ ਤੁਸੀਂ ਬੱਚਾ ਆਪਣਾ ਕਿਸੇ XYZ ਸਕੂਲ 'ਚ ਪੜ੍ਹਾਉਂਦੇ ਹੋ, ਚੰਗੇ ਸਕੂਲ 'ਚ, ਤੁਹਾਡਾ ਹੋ ਸਕਦਾ ਕਿ 1.5 ਲੱਖ ਰੁਪਇਆ ਲੱਗਦਾ ਹੋਵੇ ਸਾਲ ਦਾ। ਅਤੇ ਜੇ ਤੁਸੀਂ ਉਹੀ ਪ੍ਰਾਈਵੇਟ ਸਕੂਲ ਹੋਲੀਆ
ਜਾਂ ਕਿਸੇ ਸਕੂਲ ਵਰਗਾ ਬਣ ਜਾਏ ਤੇ ਉਹ ਪੈਸੇ ਬਚ ਗਏ। ਤੁਸੀਂ ਦਵਾਈ ਲੈਂਦੇ ਹੋ, ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ, ਕੋਈ ਸ਼ੂਗਰ ਦਾ ਮਰੀਜ਼ ਹੈ, ਤੇ ਕੋਈ 500-700 ਦੀ ਦਵਾਈ ਹਫਤੇ ਦੀ ਆ ਜਾਂਦੀ ਹੈ, ਮਹੀਨੇ ਦੀ 2000 ਦੀ ਦਵਾਈ ਆ ਜਾਂਦੀ ਹੈ, ਤੇ ਜੇ ਤੁਹਾਨੂੰ ਹਸਪਤਾਲ ਮਿਲਣੀ ਸ਼ੁਰੂ ਹੋ ਜਾਏ ਤੇ ਉਹ ਪੈਸੇ ਬਚ ਗਏ। ਅਸੀਂ 300 ਯੂਨਿਟ ਤੁਹਾਨੂੰ ਫ੍ਰੀ ਦਿੰਦੇ ਹਾਂ ਤੇ ਉਹਦੇ ਕੋਲ 3000 ਰੁਪਇਆ ਬਚ ਗਿਆ। ਸੋ ਇਸ ਕਰਕੇ ਪਾਣੀ ਤੁਹਾਨੂੰ ਅਸੀਂ ਮੈਨੂੰ ਪਤਾ ਨਹੀਂ, ਪਾਣੀ ਦਾ ਸਾਡੀ ਪਾਲਿਸੀ ਆਈ ਨਹੀਂ ਹੈ, ਅਸੀਂ ਕੀ ਕਰਾਂਗੇ। ਪਰ ਮੇਰਾ ਮਤਲਬ ਇਹ ਸਾਡੀ ਬੱਚਤ ਹੈ, ਤੇ ਬੱਚਤ ਕਿਹਨੂੰ ਅਸਰ ਕਰੇਗੀ? ਇਹ ਮਿਡਲ ਕਲਾਸ ਨੂੰ ਕਰੇਗੀ। ਇਹ ਜਿਹੜਾ ਅਮੀਰ ਬੰਦਾ ਉਹਨੂੰ ਨਹੀਂ ਅਸਰ ਕਰਨਾ ਉਸਤੇ, ਲੇਕਿਨ ਇੱਕ ਮਿਡਲ ਵਰਗ ਬੰਦੇ ਨੂੰ, ਚਾਹੇ ਉਹ ਵਪਾਰੀ ਹੈ, ਚਾਹੇ ਉਹ ਆਪਣਾ ਧੰਦਾ ਕਰ ਰਿਹਾ, ਚਾਹੇ ਕਾਰੋਬਾਰ ਕਰ, ਚਾਹੇ ਦਿਹਾੜੀ ਕਰ ਰਿਹਾ, ਉਹਨਾਂ ਸਭ ਵਾਸਤੇ ਇਹ ਬੜਾ ਪੋਜ਼ਿਟਿਵ ਅਸਰ ਪਏਗਾ। ਤਾਂ ਮੇਰਾ ਲਾਸਟ ਕੁਐਸਚਨ ਹੈ ਜੀ, ਜਿੱਥੇ ਭ੍ਰਿਸ਼ਟ ਨੇਤਾ ਜਿਹੜੇ ਨੇ ਪੈਦਾ ਹੁੰਦੇ ਨੇ, ਉਹਨਾਂ 'ਚ ਇੱਕ ਮੈਂ ਆਪਣੇ ਦਰਸ਼ਕਾਂ ਕੋਲੋਂ ਵੀ ਮਾਫੀ ਮੰਗਦਾ, ਪਬਲਿਕ ਵੀ ਬੜੀ ਇੱਕ ਵੱਡੀ ਜ਼ਿੰਮੇਵਾਰ ਹੈ ਕਿ ਜਦੋਂ ਅਸੀਂ ਮਾਰ ਖਾਂਦੇ ਹਾਂ 5 ਸਾਲ, ਅਸੀਂ ਕਹਿੰਦੇ ਕਿ ਜੀ ਦੁਬਾਰਾ ਇਹਨਾਂ ਨੂੰ, ਇਸ ਪਾਰਟੀ ਨੂੰ ਜਾਂ ਨੇਤਾ ਨੂੰ ਅੱਗੇ ਨਹੀਂ ਲਿਆਉਣਾ ਕਿਉਂਕਿ ਭ੍ਰਿਸ਼ਟ ਹੈ। ਭਾਰਤੀ ਕੜੀ ਮਾੜੀ ਨਹੀਂ ਹੁੰਦੀ, ਮਾੜੇ ਹੁੰਦੇ ਨੇ ਜਿਹੜੇ ਸਾਡੇ 'ਚ ਭ੍ਰਿਸ਼ਟ ਲੋਕ ਜਿਹੜੇ ਨੇ, ਜਿਹੜੇ ਆਪਣੇ ਆਪ ਨੂੰ ਨੇਤਾ ਦਾ ਮੀਨਿੰਗ ਜਿਹੜਾ ਅਸਲੀ ਸਮਾਜ ਸੇਵਕ ਹੈਗਾ। ਲੇਕਿਨ ਅਸੀਂ ਜਦੋਂ ਇਲੈਕਸ਼ਨ ਲਾਗੇ ਆਉਂਦੀ ਹੈ ਤੇ ਕੁਝ ਲੋਕ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਲਾਲਚ ਵਸ ਆ ਜਾਂਦੇ। ਅਸੀਂ ਸ਼ਰਾਬ ਦੀਆਂ ਬੋਤਲਾਂ ਦੇ ਉੱਤੇ ਜਿਹੜਾ ਲਾਲਚ ਆ ਜਾਂਦੇ, ਆਟੇ ਦੀਆਂ ਬੋਰੀਆਂ ਦਾ ਜੇ ਹੋਰ ਆ ਜਾਂਦੇ, ਫਿਰ ਗਾਂ ਜੇ ਉਹ ਦੇ ਕੇ ਇਸ ਤਰ੍ਹਾਂ ਉਹ ਕਾਮਯਾਬ ਹੋਣਗੇ ਤੇ ਉਹ ਵੀ ਇਸ ਤਰ੍ਹਾਂ ਕਰਨਗੇ। ਉਹਦੇ ਲਈ ਤੁਸੀਂ ਜਿਹੜਾ ਪਬਲਿਕ ਨੂੰ ਕੀ ਜਿਹੜਾ ਤੁਸੀਂ ਸੰਦੇਸ਼ ਦੇਣਾ ਚਾਹੋਗੇ ਵੀ ਆਪਣੀ ਵੋਟ ਦਾ ਇਸਤੇਮਾਲ ਕਿਵੇਂ ਕਰਨਾ? ਇੱਕ ਬੜਾ ਇੱਕ ਅਹਿਮ ਮੁੱਦਾ ਹੈਗਾ ਜੀ। ਸਰ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਜਿਹੜੇ ਅਸੀਂ ਪਾਰਟੀ ਨੂੰ ਚਲਾਉਂਦੇ ਅਸੀਂ ਮਾੜੇ ਪੈ ਜਾਂਦੇ ਹਾਂ। ਸੋ ਇਸ ਤਰ੍ਹਾਂ ਜੇ ਅਕਾਲੀ ਦਲ ਦਾ ਅਸੀਂ ਇਤਿਹਾਸ ਵੇਖੀਏ ਤੇ ਇੰਨਾ ਗੌਰਵਮਈ ਇਤਿਹਾਸ ਹੈ ਕਿ ਸਾਡਾ ਮਤਲਬ ਇਤਨਾ ਖੁਸ਼ੀ ਹੁੰਦੀ ਹੈ ਕਿ ਅਸੀਂ ਵੀ ਇਸ ਕੌਮ ਨੂੰ ਬਿਲੋਂਗ ਕਰਦੇ ਹਾਂ। ਤੇ ਕਾਂਗਰਸ ਦਾ ਵੇਖੀਏ ਤੇ ਕਾਂਗਰਸ ਦਾ ਵੀ 150 ਸਾਲ ਦਾ ਇਤਿਹਾਸ ਹੈ, ਜਿਹੜਾ ਉਹ ਲੋਕੀ ਆਉਂਦੇ ਸੀਗੇ ਔਰ ਆਪਣੀ ਜ਼ਮੀਨ ਜਾਇਦਾਦ, ਜ਼ਿੰਦਗੀ ਦੀ, ਆਪਣੇ ਟਾਈਮ ਦੀ ਕੁਰਬਾਨੀ ਦਿੰਦੇ ਸੀਗੇ। ਤਾਂ ਉਹ ਗੱਲਾਂ ਤਾਂ ਹੋ ਗਈਆਂ ਖਤਮ। ਹੁਣ ਤੇ ਜਿਹੜੇ ਆਉਂਦੇ ਆ ਸਿਰਫ ਆਪਣੇ ਪਰਸਨਲ ਗੇਨਸ ਵਾਸਤੇ ਆਉਂਦੇ ਆ। ਔਰ ਮਾੜੀ ਗੱਲ ਇਹ ਹੈ ਕਿ ਇਹ ਲੋਕ ਹੁੰਦੇ ਆ ਜਿਹੜੇ ਓਪੀਨੀਅਨ ਬਿਲਡਰਸ ਹੁੰਦੇ ਆ, ਇਹਨਾਂ ਓਪੀਨੀਅਨ ਬਣਾਉਣੀ ਹੁੰਦੀ ਹੈ, ਤਾਂ ਇਹ ਲੋਕਾਂ ਦੀ ਓਪੀਨੀਅਨ ਇਸ ਤਰ੍ਹਾਂ ਬਣਾਉਂਦੇ ਕਿ ਇਹਨਾਂ ਦੀ ਫੇਵਰ ਹੋ ਜਾਏ, ਹੈ ਨਾ। ਤਾਂ ਮੈਂ ਲੋਕਾਂ ਨੂੰ ਇਲਜ਼ਾਮ ਨਹੀਂ ਦਿੰਦਾ ਕਿ ਲੋਕਾਂ ਨੂੰ, ਜਿਹਨੂੰ ਇਹਨਾਂ ਨੇ ਇਸ ਤਰ੍ਹਾਂ ਇੱਕ ਉਲਝਣ 'ਚ ਫਸਾਤਾ ਕਿ ਬੰਦਾ ਸਵੇਰੇ ਉੱਠਦਾ ਹੈ, ਰੋਟੀ ਕਮਾਉਂਦਾ ਹੈ, ਸ਼ਾਮ ਨੂੰ ਖਾ ਪੀ ਕੇ ਸੌਂ ਜਾਂਦਾ ਹੈ, ਇੱਕ ਉਹਨਾਂ ਨੂੰ ਸੁਪਨੇ ਦਿਖਾਉਣੇ ਬੰਦ ਕਰਤੇ ਆ। ਮੈਂ ਆਪਣੇ ਹਲਕੇ ਜਾ ਕੇ ਲੋਕਾਂ ਨੂੰ ਸੁਪਨੇ ਦਿਖਾਉਂਦਾ, ਮੈਂ ਕਿ ਸੁਪਨੇ ਵੇਖੋ, ਤੁਸੀਂ ਡਰੀਮ ਕਰੋ, ਅਤੇ ਡਰੀਮ ਕਰੋਗੇ ਤਾਂ ਹੀ ਤੁਹਾਨੂੰ ਕੋਈ ਚੰਗਾ ਮਿਲੇਗਾ। ਸੋ ਇਹ ਮੈਂ ਲੋਕਾਂ ਅੱਗੇ ਬੇਨਤੀ ਕਰਨੀ ਹੈ ਕਿ ਤੁਸੀਂ ਸਵਾਲ ਕਰਨੇ ਸਿੱਖੋ, ਤੁਸੀਂ ਗੂੰਗੇ ਬੋਲੇ ਨਾ ਬਣ ਕੇ ਬਹਿ ਜਾਓ। ਅੰਗਰੇਜ਼ੀ 'ਚ ਕਹਾਵਤ ਹੈ ਨਾ, ਹੀ ਵੁੱਡ ਨਾਟ ਬੀ ਵਰ ਵੀ ਨਾਟ ਸ਼ੀਪ। ਸੋ ਇਹ ਭੇੜੀਏ ਨਾ ਹੋਣਗੇ ਜੇ ਅਸੀਂ ਭੇਡਾਂ ਨਾ ਹੋਵਾਂਗੇ ਤੇ। ਸੋ ਸਾਨੂੰ ਆਪਣੀ ਭੇਡਪਣਾ ਛੱਡ ਕੇ ਸਾਨੂੰ ਪੈਰਾਂ 'ਤੇ ਖਲੋਣਾ ਚਾਹੀਦਾ ਆਪਣੇ 'ਤੇ। ਔਰ ਜੇ ਦਿੰਦੇ ਨੇ ਤੇ ਉਹ ਸਭ ਨਜਾਇਜ਼ ਦੇ ਰਹੇ ਤੁਹਾਨੂੰ, ਉਹ ਕੋਈ ਹਲਾਲ ਦੀ ਕਮਾਈ ਨਹੀਂ ਹੈ, ਹਰਾਮ ਦੀ ਕਮਾਈ ਹੈ। ਔਰ ਹਰਾਮ ਦੀ ਕਮਾਈ ਦੇ ਤੁਹਾਨੂੰ ਦੇ ਕੇ ਜੇ ਸਹੁੰ ਪਾਉਂਦੇ ਤਾਂ ਸਹੁੰ ਵੀ ਝੂਠੀ ਹੈ। ਉਹ ਤੁਹਾਨੂੰ ਉਹ ਤਾਂ ਕੋਈ ਨਿਭਾਉਣ ਦੀ ਲੋੜ ਨਹੀਂ ਹੈਗੀ। ਲੈਣਾ ਲਓ, ਕੁਛ ਨਹੀਂ ਲੈਣਾ ਨਾ ਲਓ, ਲੇਕਿਨ ਵੋਟ ਜਿਹੜੀ ਹੈ ਉਹ ਸੋਚ ਸਮਝ ਕੇ ਆਪਣੀ ਮੱਤ ਦਾ ਦਾਨ ਕਰਨ ਜਾ ਰਹੇ ਹੋ। ਸੋ ਮੱਤ ਦਾ ਦਾਨ ਆਪਣਾ ਸੋਚ ਸਮਝ ਕੇ ਕਰੋ ਔਰ ਉਸ ਪਾਰਟੀ ਨੂੰ ਕਰੋ ਜਿਹੜੇ ਤੁਹਾਡੇ ਹਿੱਤ ਵਿੱਚ ਖੜਾ ਹੋਣੇ ਚਾਹੁੰਦੀ ਹੈ, ਜਿਹੜੇ ਤੁਹਾਡੇ ਚੰਗੇ ਸਕੂਲ ਦੇਣਾ ਚਾਹੁੰਦੀ ਹੈ, ਤੁਹਾਨੂੰ ਸਿਹਤਮੰਦ ਹਸਪਤਾਲ ਦੇਣੇ, ਸੋਹਣੇ ਸਿਹਤਮੰਦ ਹਸਪਤਾਲ ਦੇਣੀ ਚਾਹੁੰਦੀ ਹੈ, ਤੁਹਾਨੂੰ ਦਫ਼ਤਰਾਂ ਦੇ ਕੰਮ ਸੌਖੇ ਕਰਨਾ ਚਾਹੁੰਦੀ ਹੈ, ਦਫ਼ਤਰਾਂ ਦੇ ਕੰਮ ਤੁਹਾਡੇ ਚੁੱਕ ਕੇ ਸਾਰੇ ਘਰ 'ਚ ਲਿਆਉਣਾ ਚਾਹੁੰਦੀ ਹੈ, ਰਾਸ਼ਨ ਤੁਹਾਡੇ ਘਰ 'ਚ ਜਾ ਕੇ ਦੇਣਾ ਚਾਹੁੰਦੀ ਹੈ, ਸਾਫ਼ ਸੁਥਰਾ ਪੀਸਿਆ ਆਟਾ ਤੁਹਾਡੇ ਘਰ 'ਚ ਦੇਣਾ ਚਾਹੁੰਦੀ ਹੈ। ਤਾਂ ਤੁਸੀਂ ਕਿਉਂ ਨਹੀਂ ਲੈਂਦੇ ਇਸ ਨੂੰ? ਤੁਸੀਂ ਇੱਕ ਵਾਰ ਲੈ ਕੇ ਤੇ ਵੇਖੋ। ਤੇ ਜੇ ਝੂਠ ਹੋਊਗਾ ਤੇ ਅਗਲੇ ਕੋਲ ਤੁਹਾਡੇ 5 ਸਾਲ ਤੇ ਐਵੇਂ ਨਿਕਲ ਜਾਂਦੇ ਆ। ਪਿਛਲੇ 5 ਸਾਲ ਤੇ ਐਵੇਂ ਲੰਘ ਗਏ ਆ। ਮੋਬਾਈਲ ਫੋਨ ਜਿਹੜੇ ਨਹੀਂ ਮਿਲੇ, ਨੌਕਰੀਆਂ ਨਹੀਂ ਮਿਲੀਆਂ, ਤੇ 5 ਸਾਲ ਤੇ ਐਵੇਂ ਲੰਘ ਗਏ ਆ। ਤੇ 5 ਸਾਲ ਤੇ ਛੇਤੀ ਲੰਘ ਜਾਂਦੇ। ਇੱਕ ਵਾਰ ਕੋਸ਼ਿਸ਼ ਕਰਨੀ ਚਾਹੀਦੀ ਨਵੀਂ ਪਾਰਟੀ ਆਮ ਆਦਮੀ ਪਾਰਟੀ ਨੂੰ ਅਜਮਾ ਕੇ ਦੇਖਣ, ਤੇ ਅਸੀਂ ਇਹਨਾਂ ਦੇ ਜਿਹੜੇ ਇੱਛਾਵਾਂ ਹੋਣਗੀਆਂ, ਜੋ ਇਹਨਾਂ ਦੇ ਖੁਆਬ ਹੋਣਗੇ, ਅਸੀਂ ਇਹਨਾਂ ਦੇ ਖਰੇ ਉਤਰਾਂਗੇ ਉਹਨਾਂ ਦੇ ਜੀ। ਸੋ ਦੋਸਤੋ, ਇਹ ਸਨ ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ, ਜਿਨ੍ਹਾਂ ਨਾਲ ਅਸੀਂ ਵੱਖ-ਵੱਖ ਰਾਜਨੀਤਿਕ ਸਮੀਕਰਨਾਂ 'ਤੇ ਜਿਹੜੀ ਅਸੀਂ ਗੱਲ ਕੀਤੀ ਔਰ ਇਹਨਾਂ ਨੇ ਬੜੇ ਹੀ ਵਿਸਤਾਰ ਦੇ ਵਿੱਚ ਸੋਹਣੇ ਤਰੀਕੇ ਨਾਲ ਜਿਹੜਾ ਬੜੀ ਸੂਝ ਸਿਆਣਪ ਨਾਲ ਜਿਹੜਾ ਤੁਹਾਨੂੰ ਦੱਸਿਆ ਵੀ ਅਸਲੀ ਜਿਹੜੀ ਡਿਵੈਲਪਮੈਂਟ ਨਿਰਾ ਗਲੀਆਂ ਨਾਲੀਆਂ ਜਾਂ ਸੜਕਾਂ ਬਣਾਉਣ ਤੱਕ ਵਿਕਾਸ ਨਹੀਂ ਹੈ। ਬੰਦੇ ਦਾ ਮਾਈਂਡ ਜਿਹੜਾ ਡਿਵੈਲਪ ਹੋਣਾ ਚਾਹੀਦਾ, ਬੰਦੇ ਨੂੰ ਐਜੂਕੇਸ਼ਨ ਜਿਹੜੀ ਅੱਛੀ ਹਾਈ ਲੈਵਲ ਦੀ ਮਿਲਣੀ ਚਾਹੀਦੀ, ਉਹਨੂੰ ਚੰਗੀ ਸਿਹਤ ਮਿਲਣੀ ਚਾਹੀਦੀ ਆ ਔਰ ਇਕਨੋਮਿਕਲੀ ਤੌਰ 'ਤੇ ਉਹਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ। ਉਹ ਤਾਂ ਹੀ ਹੈ ਜੇ ਸਾਡੀ ਲੁੱਟ ਖਸੁੱਟ ਜਿਹੜੀ ਖਤਮ ਹੋਏਗੀ। ਔਰ ਇਹਨਾਂ ਨੇ ਬਹੁਤ ਵਧੀਆ ਆਪਣੇ ਲਾਸਟ 'ਤੇ ਸੰਦੇਸ਼ ਵੀ ਦਿੱਤਾ ਵੀ ਕੋਈ ਵੀ ਨੇਤਾ ਜਿਹੜਾ ਹੈਗਾ ਉਹ ਤੁਸੀਂ ਪਹਿਲਾਂ ਦੇਖ ਕੇ ਚੁਣੋ, ਲਾਲਚ ਵਸ ਨਾ ਚੁਣੋ। ਉਸ ਨੇਤਾ ਨੂੰ ਵੋਟ ਦਿਓ ਜਿਹੜਾ ਦੇਸ਼ ਦੇ ਲਈ, ਜਿਹੜਾ ਕੌਮ ਦੇ ਲਈ ਸਭ ਕੁਝ ਜਿਹੜਾ ਉਹ ਕਰ ਸਕੇ, ਉਹਦੀ ਡਿਵੈਲਪਮੈਂਟ ਕਰ ਸਕੇ। ਸੋ BBC ਪੰਜਾਬ TV ਤੋਂ ਇੰਦਰਮੋਹਨ ਸਿੰਘ ਅੰਜਾਨ, ਅੰਮ੍ਰਿਤਸਰ।